ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਸਰੋਤਿਓ ਹਾਜ਼ਰਾਂ ਜੀ ਲੈ ਕੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਜੀ ਅੱਜ ਦੇ ਦਿਨ ਬਲਤੇਜ ਪੰਨੋ। ਦੱਸਦੇ ਨੇ ਸਾਨੂੰ ਉੱਥੇ ਦੀਆਂ ਖਬਰਾਂ ਦੇ ਪਿੱਛੇ ਕੀ ਕੁਛ ਲੁਕਿਆ ਹੁੰਦਾ ਆ। ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਆ ਜੀ ਆਪੋ ਆਪਣੇ ਦੇਸ਼ਾਂ ਦੇ ਵਿੱਚ ਫੋਨ ਨੰਬਰ ਡਾਇਲ ਕਰਕੇ। ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। UK ਦੇ ਲਈ 3300101100, 3300 101100। ਜਰਮਨੀ ਦੇ ਲਈ 511 80904041, 511 80 90 40 41। ਫਰਾਂਸ ਦੇ ਲਈ 3318014255, 33 180 142 595। ਆਸਟ੍ਰੇਲੀਆ ਦੇ ਲਈ 1300 768 450, 1300 768 450। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਆ ਜੀ ਨੈਟ ਤੇ ਵੀ ਸੁਣ ਸਕਦੇ ਆ www.punjabiradiousa.com ਤੇ। ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਨੂੰ ਖਬਰ ਤੇ ਨਜ਼ਰ ਨੂੰ ਅੱਜ ਸਪਾਂਸਰ ਕਰਦੇ ਨੇ ਜੀ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦਾ ਫੋਨ ਨੰਬਰ 4082722500। ਕਰਮਪਾਲ ਸਿੰਘ ਤੇ ਜਸਜੀਤ ਕੌਰ ਜੀ, ਸਤਨਾਮ ਸਿੰਘ ਜੀ ਸ਼ੇਰਗਿੱਲ, ਮੰਜਲ ਬ੍ਰਦਰਸ, ਦਲੀਪ ਸਿੰਘ ਤੇ ਅਵਤਾਰ ਸਿੰਘ, ਰਜਿੰਦਰ ਕੌਰ ਜੀ, ਰਜਿੰਦਰ ਕੁਮਾਰ ਜੀ, ਬਲਵਿੰਦਰ ਸਿੰਘ ਭੇਲਾ, ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ ਕਿ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਤੇ ਹੁਣ ਆਪਾਂ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ ਜੀ। ਬਲਤੇਜ ਪੰਨੂ ਜੀ ਆਪਾਂ ਗੱਲਬਾਤ ਕਰਦੇ ਹਾਂ ਪੰਜਾਬ ਤੋਂ ਹੀ। ਅੱਜ ਕੱਲ ਨਵਜੋਤ ਸਿੱਧੂ ਜੀ ਕਾਫੀ ਜਿਹੜੇ ਅੱਜ ਕੱਲ ਖਫੇ ਹੋਏ ਨੇ ਜੀ, ਜਦੋਂ ਵੀ ਉਹਨਾਂ ਦਾ ਦਾਅ ਲੱਗਦਾ ਆ ਤੇ ਉਹ ਬਾਦਲਾਂ ਤੇ ਵਰ ਰਹੇ ਨੇ। ਦੇਖੋ ਅਕਸਰ ਹੁੰਦਾ ਜੀ ਕਿ ਬਾਦਲ ਵਰਦੇ ਨੇ ਧਰਤੀ ਤੇ, ਨਵਜੋਤ ਸਿੱਧੂ ਬਾਦਲਾਂ ਦੇ ਵਰਦਾ, ਇਹੀ ਫਰਕ ਹੈ ਜੀ। ਪਿਛਲੇ ਕੁਝ ਦਿਨਾਂ ਤੋਂ ਚੁੱਪੀ ਤੋਂ ਬਾਅਦ ਜੀ, ਜਦੋਂ ਹਰਿਆਣੇ ਦੇ ਵਿੱਚ ਉਹਨੇ ਚੋਣ ਪ੍ਰਚਾਰ ਕੀਤਾ ਸੀਗਾ, ਹੁਣ ਲੁਧਿਆਣੇ ਦੇ ਵਿੱਚ ਇੱਕ ਫੰਕਸ਼ਨ ਦੇ ਉੱਤੇ ਆਏ ਨਵਜੋਤ ਸਿੰਘ ਸਿੱਧੂ, ਉਹਨਾਂ ਤਾਬੜਤੋੜ ਹਮਲੇ ਜਿਹੜੇ ਜੀ ਉਹ ਕੀਤੇ ਅਕਾਲੀ ਦਲ ਦੇ ਉੱਤੇ, ਹੁਕਮਰਾਨਾਂ ਦੇ ਉੱਤੇ। ਉਹਨਾਂ ਨੇ ਕਿਹਾ ਕਿ ਇਹ ਜਿਹੜੇ ਰਾਜਨੀਤੀ ਸੇਵਾ ਹੈ, ਪਰ ਪੰਜਾਬ ਦੇ ਵਿੱਚ ਸੇਵਾ ਸਿਰਫ 10% ਹੀ ਹੋ ਰਹੀ ਹੈ, ਜਦੋਂ ਕਿ 90% ਮੇਵਾ ਖਾਧਾ ਜਾ ਰਿਹਾ। ਉਹਨਾਂ ਨੇ ਇਹ ਗੱਲ ਕਹੀ ਕਿ ਜਦੋਂ ਸਾਰਾ ਪੰਜਾਬ ਉੱਠੂਗਾ ਤੇ ਲੋਕ ਖੁੱਡਾਂ 'ਚ ਵੜ ਜਾਣਗੇ, ਭਾਵ ਕਿ ਉਹਨਾਂ ਨੇ ਸੱਪ ਨੇ ਜਿਹੜੇ ਖੁੱਡਾਂ ਦੇ ਵਿੱਚ ਵੜ ਜਾਣਗੇ। ਉਹਨਾਂ ਨੇ ਕਿਹਾ ਕਿ ਸਮਾਂ ਆ ਗਿਆ ਜੀ ਕਿ ਰਾਜਨੀਤੀ ਦੇ ਵਿੱਚ ਮੇਵਾ ਖਾਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਇੱਥੋਂ ਹਟਾ ਦਿੱਤਾ ਤੇ ਇਹਨਾਂ ਨੂੰ ਦੂਰ ਕਰ ਦਿੱਤਾ ਜਾਵੇ, ਜਿਹੜੀਆਂ ਸੀਗੀਆਂ ਉਹ ਗੱਦੀਆਂ ਉੱਥੋਂ ਦੀ। ਉਹਨਾਂ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਨੂੰ ਕੁਝ ਲੋਕਾਂ ਨੇ ਧੰਦਾ ਜਿਹੜਾ ਜੀ ਉਹ ਬਣਾ ਦਿੱਤਾ ਹੈ ਤੇ ਅਸੀਂ ਇਸ ਮਿੱਟੀ ਦਾ ਜਿਹੜਾ ਕਰਜ਼ਾ ਉਹ ਉਤਾਰਨਾ ਤੇ ਉਹਦੇ ਵਾਸਤੇ ਸਾਰਿਆਂ ਨੂੰ ਜਿਹੜਾ ਜੀ ਉਹ ਅੱਗੇ ਆਉਣਾ ਪੈਣਾ। ਫਿਰ ਸੁਣਦੇ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਨਵਜੋਤ ਕੌਰ ਸਿੱਧੂ ਉਹਨਾਂ ਦੇ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਉਹਦੇ ਵਿੱਚ ਘਿਰੇ ਹੋਏ ਅਕਾਲੀ ਦਲ ਨੇ ਕੋਰ ਕਮੇਟੀ ਦੇ ਵਿੱਚ ਇਹ ਕਹਿ ਦਿੱਤਾ ਸੀਗਾ ਕਿ ਨਹੀਂ ਅਸੀਂ ਕੋਈ ਬਿਆਨਬਾਜ਼ੀ ਨਹੀਂ ਕਰਨੀ, ਸਾਡਾ ਤਾਂ 9 ਮਾਸ ਦਾ ਰਿਸ਼ਤਾ ਜਿਹੜਾ ਉਹ ਕਾਇਮ ਹੈ ਤੇ ਏਡੀ ਕੋਈ ਗੱਲ ਹੀ ਨਹੀਂ ਹੈਗੀ। ਤੇ ਹੁਣ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇਹ ਤਾਜ਼ਾ ਕੀਤੇ ਗਏ ਜਿਹੜੇ ਸਿਆਸੀ ਹਮਲੇ ਨੇ, ਇਹਨਾਂ ਨੂੰ ਕਿਹੜੇ ਤਰੀਕੇ ਦੇ ਨਾਲ ਝੱਲਦੇ ਨੇ ਅਕਾਲੀ ਦਲ ਵਾਲੇ, ਕਿ ਉਹ ਫੇਰ ਇੱਕ ਵਾਰੀ ਇੱਕ ਜਿਹੜੇ ਦੀ ਪਛਲੱਗ ਕਿਸਮ ਦੇ ਵਲਟੋਏ ਵਰਗੇ ਨੂੰ ਮੂਹਰੇ ਲਾ ਕੇ ਬਿਆਨਬਾਜ਼ੀ ਕਰਾਉਂਦੇ ਨੇ ਜਾਂ ਆਪ ਆਉਂਦੇ ਨੇ। ਜੇ ਆਪ ਆਉਂਦੇ ਨੇ ਤਾਂ ਫਿਰ ਉਹਨਾਂ ਨੂੰ ਵੀ ਪਤਾ ਹੈ ਕਿ ਫਿਰ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਭਾਰਤੀ ਜਨਤਾ ਪਾਰਟੀ ਦੀ, ਉਹ ਵੀ ਇਹਦੇ ਵਿੱਚ ਜਿਹੜੀ ਆ ਉਹ ਕੁੱਦ ਪੈਣੀ ਆ। ਸੋ ਨਵਜੋਤ ਸਿੱਧੂ ਨੇ ਹਰਿਆਣੇ ਤੋਂ ਜਿਹੜਾ ਪੰਜਾਬ ਦੀ ਸਿਆਸਤ ਪਖਾਈ ਸੀਗੀ, ਹੁਣ ਪੰਜਾਬ ਆ ਕੇ ਉਹਨੇ ਜਿਹੜਾ ਜੀ ਇਹ ਤਾਜ਼ਾ ਹਮਲੇ ਜਿਹੜੇ ਉਹ ਕੀਤੇ ਨੇ। ਉਹਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਮੈਨੂੰ ਧਮਕੀਆਂ ਜਿਹੜੀਆਂ ਨੇ ਉਹ ਸਿੱਧ ਲੈਣ ਦੀਆਂ ਦਿੱਤੀਆਂ ਜਾ ਰਹੀਆਂ ਨੇ। ਇਸ ਸਟੇਜ ਤੋਂ ਉਹਨੇ ਗੱਲ ਜਿਹੜੀ ਇਹਦੀ ਆ ਕੇ ਆਖੀ ਹੈ।
ਜੀ ਬਿਲਕੁਲ। ਪਰ ਹੈਰਾਨਗੀ ਦੀ ਗੱਲ ਇਹ ਆ ਕਿ ਜਦੋਂ ਇਹ ਲੋਕ ਪਾਵਰ ਦੇ ਵਿੱਚ ਹੁੰਦੇ ਹੋਏ ਵੀ ਬਹੁਤ ਸਾਰੇ ਮੁੱਦਿਆਂ ਤੇ ਨਹੀਂ ਬੋਲਦੇ, ਜਿਸ ਤਰ੍ਹਾਂ ਡਰੱਗ ਦਾ ਸੀਗਾ ਜਾਂ ਹੋਰ ਬੜੇ ਮੁੱਦੇ ਸੀਗੇ ਲੋਕਾਂ ਦੇ, ਕੋਈ ਵੀ ਨਹੀਂ ਬੋਲਿਆ। ਪਰ ਜਦੋਂ ਕਹਿੰਦੇ ਵੀ ਦੇਖਦੇ ਆ ਕਿ ਹੁਣ ਕੌਣ ਪਾਵਰ ਦੇ ਵਿੱਚ ਆ ਜਾਂ ਉਸੇ ਪਾਰਟੀ ਦੇ ਬੰਦੇ ਹੁੰਦੇ ਤਾਂ ਬੋਲਣੇ ਸ਼ੁਰੂ ਕਰ ਦਿੰਦੇ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਪ੍ਰਕਾਸ਼ ਸਿੰਘ ਬਾਦਲ ਹੋਣਾ ਨੂੰ ਹੁਣ ਚੰਡੀਗੜ੍ਹ ਦੀ ਯਾਦ ਬੜੀ ਆ ਰਹੀ ਆ ਕਿ ਪੰਜਾਬ ਨੂੰ ਲੈ ਕੇ ਦੇਣਾ ਹੈ। ਅਕਸਰ ਕਿਹਾ ਜਾਂਦਾ ਨਾ ਵੀ ਜਦੋਂ ਬੰਦੇ ਦੀ ਉਮਰ ਹੋ ਜਾਂਦੀ ਆ ਉਹਦੀ ਯਾਦਾਸ਼ਤ ਜਿਹੜੀ ਚਲੇ ਜਾਂਦੀ ਆ। ਇੱਥੇ ਉਲਟ ਹੋ ਰਿਹਾ ਕੰਮ ਜੀ। ਇੱਥੇ ਯਾਦਾਸ਼ਤ ਜਿਹੜੀ ਹੌਲੀ ਹੌਲੀ ਵਾਪਸ ਆ ਰਹੀ ਹੈ। ਕਿਆ ਪੰਜਾਬ ਦੇ ਮੁੱਦੇ ਹੈਗੇ ਨੇ, ਉਹਨਾਂ ਨੂੰ ਚੇਤਾ ਨਵਾਂ ਚੰਡੀਗੜ੍ਹ ਜਿਹੜਾ ਵਸਾ ਕੇ ਸਾਰੇ ਬਿਜ਼ਨਸ ਆਪਣੇ ਉੱਥੇ ਜਿਹੜੇ ਜੀ ਟਰਾਂਸਫਰ ਕਰਕੇ ਚੰਡੀਗੜ੍ਹ ਤੋਂ ਜਿਹੜੇ ਮੈਕਸੀਮਮ ਆਫਿਸ ਜਿਹੜੇ ਸਰਕਾਰ ਦੇ ਸਨ, ਪੰਜਾਬ ਸਰਕਾਰ ਦੇ, ਉਹ ਹੌਲੀ ਹੌਲੀ ਕਰਕੇ ਉੱਥੋਂ ਕੱਢ ਲਏ ਗਏ ਨੇ ਜੀ। ਟਾਵੇਂ ਦੇ ਆਫਿਸ ਚੰਡੀਗੜ੍ਹ ਰਹਿ ਗਏ ਆ। ਬਹੁਤੇ ਮੁਹਾਲੀ ਦੇ ਵਿੱਚ ਜਿਹੜੇ ਆ ਜੀ ਉਹ ਸ਼ਿਫਟ ਹੋ ਗਏ ਆ। ਇੱਕ ਤਰੀਕੇ ਦੇ ਨਾਲ ਚੰਡੀਗੜ੍ਹ ਦੇ ਉੱਤੇ ਆਪ ਹੀ ਜਿਹੜਾ ਹੱਕ ਸੀਗਾ ਜੀ ਉਹ ਪੰਜਾਬ ਦਾ ਅਕਾਲੀਆਂ ਨੇ ਗਵਾ ਲਿਆ। ਹੁਣ ਉਹਨਾਂ ਨੂੰ ਫੇਰ ਚੇਤਾ ਆਇਆ ਚੰਡੀਗੜ੍ਹ ਵਾਲੇ ਮਸਲੇ ਦਾ। ਔਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਜਿਹੜਾ ਬਿਆਨ ਹੈ ਉਹ ਥੋੜਾ ਜਿਹਾ ਧਿਆਨ ਦੀ ਮੰਗ ਇਸ ਪੱਖੋਂ ਕਰਦਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਚੰਡੀਗੜ੍ਹ ਜਿਹੜਾ ਉਹ ਪੰਜਾਬ ਨੂੰ ਹਵਾਲੇ ਕਰਨ ਦਾ ਹੁਣ ਸਹੀ ਸਮਾਂ ਹੈ। ਇਹ ਉਹਨਾਂ ਨੇ ਜਿਹੜੀ ਹੈ ਜੀ ਉਹ ਗੱਲ ਆਖੀ ਹੈ। ਇਹਦਾ ਮਤਲਬ ਇਹ ਕਿ ਜਦੋਂ ਇਹ ਧਰਮ ਯੁੱਧ ਮੋਰਚੇ ਦੇ ਵਿੱਚ ਸ਼ਾਮਲ ਸਨ, ਉਹ ਤੋਂ ਬਾਅਦ ਜਿਹੜੇ ਜੀ ਲੋਕਾਂ ਦੇ ਪੁੱਤ ਇੰਨੇ ਮਰਦੇ ਰਹੇ ਪੰਜਾਬ ਦੇ ਵਿੱਚ, ਕਿਹੜੇ ਤਰੀਕੇ ਦੇ ਨਾਲ ਪੰਜਾਬ ਨੇ ਸਰਕਾਰੀ ਗੈਰ ਸਰਕਾਰੀ ਅੱਤਵਾਦ ਜਿਹੜਾ ਸੀ ਉਹ ਭੁਗਤਿਆ, ਕਿੰਨੇ ਪਰਿਵਾਰ ਜਿਹੜੇ ਉਹ ਤਬਾਹ ਹੋ ਗਏ। ਇਹਦਾ ਮਤਲਬ ਉਹ ਸਮਾਂ ਨਹੀਂ ਸੀਗਾ ਜੀ। ਜੇ ਉਹ ਸਮਾਂ ਨਹੀਂ ਸੀਗਾ ਤੇ ਪਹਿਲਾਂ ਉਹਦੀ ਹਮਾਇਤ ਕਿਉਂ ਕਰਦੇ ਰਹੇ? ਇਹਨਾਂ ਨੂੰ ਲੱਗਦਾ ਕਿ 2014 ਦੇ ਵਿੱਚ ਆ ਕੇ ਹੁਣ ਜਿਹੜਾ ਸਮਾਂ ਆਇਆ ਜਿਹੜਾ ਚੰਡੀਗੜ੍ਹ ਨੂੰ ਪੰਜਾਬ ਨੂੰ ਦੇਣ ਦਾ ਜਿਹੜਾ ਜੀ ਉਹ ਸਮਾਂ। ਇੱਕ ਦੂਜੀ ਗੱਲ, ਸੁਖਬੀਰ ਸਿੰਘ ਬਾਦਲ ਹੋਰਾਂ ਨੇ ਚਿੱਠੀ ਜਿਹੜੀ ਆ ਜੀ ਉਹ ਪ੍ਰਧਾਨ ਮੰਤਰੀ ਨੂੰ ਲਿਖਤੀ ਆ ਕਿ 1984 ਦੇ ਜਿਹੜੇ ਪੀੜਤ ਨੇ ਉਹਨਾਂ ਨੂੰ ਮੁਆਵਜ਼ਾ ਜਿਹੜਾ ਜੀ ਉਹ ਦਿੱਤਾ ਜਾਵੇ, ਇਹ ਇੱਥੋਂ ਭੱਜਿਆ ਨਾ ਜਾਵੇ। ਇਹਦਾ ਮਤਲਬ ਇਹ ਕਿ ਟੇਢੇ ਢੰਗ ਦੇ ਨਾਲ ਹੁਣ ਜਿਹੜਾ ਜੀ ਸਿੱਧੀ ਲੜਾਈ ਹੈ ਜੀ ਉਹ ਉਹਨਾਂ ਨੇ ਕਰ ਲਈ ਆ ਬੀਜੇਪੀ ਵੱਲ ਨੂੰ। ਔਰ ਸ਼ਾਇਦ ਜਿਹੜਾ ਜੀ ਉਹਨਾਂ ਨੇ ਇਸ ਕਰਕੇ ਇੱਧਰ ਨੂੰ ਲੜਾਈ ਕਰ ਲਈ ਹੈ ਕਿ ਉਹਨਾਂ ਨੂੰ ਦੀਨਾ ਜੀ ਕਿ ਹੁਣ ਉਹ ਫਸ ਗਏ ਇਸ ਮਾਮਲੇ ਦੇ ਉੱਤੇ। ਜਦੋਂ ਫਸੇ ਨੇ ਤੇ ਫਿਰ ਕੁਛ ਨਾ ਕੁਛ ਜਿਹੜਾ ਜੀ ਉਹ ਇਸੇ ਤਰ੍ਹਾਂ ਦੀ ਬਿਆਨਬਾਜ਼ੀ ਜਿਹੜੀ ਆ ਉਹ ਕਰਨਗੇ ਤੇ ਤਾਂ ਕਿ ਧਿਆਨ ਜਿਹੜਾ ਜੀ ਉਹ ਡਾਈਵਰਟ ਕੀਤਾ ਜਾਵੇ। ਮੈਂ ਪਹਿਲਾਂ ਇੱਕ ਦਿਨ ਜ਼ਿਕਰ ਕੀਤਾ ਸੀ ਕਿ ਪੰਥਕ ਮੁੱਦਾ ਜਿਹੜਾ ਜੀ ਉਹ ਉਠਾਉਣਗੇ, ਪਰ ਵੇਲੇ ਦਾ ਕੰਮ ਕਵੇਲੇ ਦੀਆਂ ਟੱਕਰਾਂ ਹੁੰਦੀਆਂ ਨੇ ਜੀ। ਪੰਥਕ ਮੁੱਦਾ ਦੁਬਾਰਾ ਬਣਾਇਆ ਜਾ ਸਕੂਗਾ ਪੰਜਾਬ ਦੇ ਵਿੱਚ? ਇਹ ਆਪਣੇ ਆਪ ਦੇ ਵਿੱਚ ਅਜੇ ਸਵਾਲ ਹੈ। ਬਿਲਕੁਲ ਮੁਸ਼ਕਿਲ ਹੈ ਜੀ ਇੰਨੇ ਸਾਲਾਂ ਬਾਅਦ, ਕਿਉਂਕਿ ਲੋਕਾਂ ਦੀ ਜਿਹੜੀ ਯਾਦ ਸ਼ਕਤੀ ਆ ਉਹ ਇੰਨੀ ਕਮਜ਼ੋਰ ਨਹੀਂ ਹੈਗੀ। ਉਹਨਾਂ ਨੂੰ ਸਾਰਾ ਕੁਝ ਯਾਦ ਹੁੰਦਾ। ਤੇ ਅੱਗੇ ਗੱਲ ਕਰੀਏ ਇੱਕ ਬਾਬਾ ਰਾਮਪਾਲ ਆ ਜਿਸ ਦੀ ਆਪਾਂ ਕਾਫੀ ਦਿਨਾਂ ਤੋਂ ਗੱਲਬਾਤ ਕਰਦੇ ਆਏ ਆ ਕਿ ਉਸ ਦੀ ਗ੍ਰਿਫਤਾਰੀ ਹੋਣੀ ਆ ਤੇ ਉਸ ਦੇ ਡੇਰੇ ਤੇ ਤਣਾਅ ਵੀ ਵਧਿਆ ਹੋਇਆ। ਜਾਂਚ ਵੇਲੇ ਤੋਂ ਬੰਦ ਕੀਤਾ ਹੋਇਆ ਜੀ ਇਹ ਜਿਹੜੀ ਡੇਰਾ ਜੀ। ਕੋਈ ਉਸ ਪਾਸੇ ਵੱਲ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਜੀ। ਇਵਨ ਪੱਤਰਕਾਰਾਂ ਨੂੰ ਵੀ ਨਹੀਂ ਜਾਣ ਦਿੱਤਾ ਜਾ ਰਿਹਾ। ਜਿਹੜੀਆਂ CRPF ਦੀਆਂ ਜਿਹੜੀਆਂ ਨੇ ਜੀ 14 ਬਟਾਲੀਅਨ ਜਿਹੜੀਆਂ ਜੀ ਉੱਥੇ ਲਿਆ ਕੇ ਲਾਈਆਂ ਹੋਈਆਂ ਨੇ। 40,000 ਦੇ ਕਰੀਬ ਜਿਹੜੀ ਪੁਲਿਸ ਤੇ ਬਾਕੀ ਸਾਰੀ ਨਫਰੀ ਜਿਹੜੀ ਹੈ ਜੀ ਲੱਗੀ ਹੋਈ ਹੈ। ਇੱਕ ਰਾਤ ਉਹਨਾਂ ਤੋਂ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ। ਉਹਦਾ ਪ੍ਰਮੁੱਖ ਰੀਜ਼ਨ ਜਿਹੜਾ ਜੀ ਉਹ ਇਹੀ ਆ ਕਿ ਸ਼ਤਾਬਦੀ ਵਾਲੇ ਇਸ ਬੰਦੇ ਨੇ ਢਾਲ ਦੇ ਤੌਰ ਦੇ ਉੱਤੇ ਔਰਤਾਂ ਤੇ ਬੱਚੇ ਜਿਹੜੇ ਨੇ ਜੀ ਉਹਨਾਂ ਨੂੰ ਉਹ ਵਰਤ ਰਿਹਾ ਜੀ। ਮੁੱਖ ਮੰਤਰੀ ਜਿਹੜੇ ਨੇ ਹਰਿਆਣੇ ਦੇ ਉਹ ਅਪੀਲ ਕਰ ਰਹੇ ਨੇ ਕਿ ਕਿਰਪਾ ਕਰਕੇ ਤੂੰ ਆ ਜਾ। ਇਹੋ ਜਿਹੇ ਬੰਦੇ ਨੂੰ ਅਪੀਲ ਕਰਨ ਦੀ ਕੀ ਜ਼ਰੂਰਤ ਹੈ ਜੀ? ਇਹਦੇ ਵਾਸਤੇ ਤਾਂ ਸਖਤੀ ਜਿਹੜੀ ਸੀ ਉਹ ਹੋਣੀ ਚਾਹੀਦੀ ਸੀ। ਅੱਜ ਉਹਦੀ ਪੇਸ਼ੀ ਹੈ। ਅਜੇ ਤੱਕ ਜਿਹੜੀਆਂ ਲੇਟੈਸਟ ਖਬਰਾਂ ਨੇ ਉਹ ਨਹੀਂ ਆ ਰਿਹਾ ਜੀ ਪੇਸ਼ੀ ਦੇ ਉੱਤੇ, ਜਿੰਨਾ ਪਤਾ ਲੱਗ ਰਿਹਾ। ਹਰਿਆਣੇ ਦੀ ਜਿਹੜੀ ਪੁਲਿਸ ਹੈ ਜੀ ਉਹਨੂੰ ਤੇ ਗ੍ਰਹਿ ਸਕੱਤਰ ਨੂੰ ਅੱਜ ਜਵਾਬ ਦੇਣਾ ਪੈਣਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ। ਦੇਖਦੇ ਹਾਂ ਉੱਥੇ ਜਾ ਕੇ ਉਹ ਕਿਹੋ ਜਿਹਾ ਜਵਾਬ ਜਿਹੜਾ ਜੀ ਉਹ ਦਿੰਦੇ ਨੇ। ਇਹ ਸਮਝਿਆ ਜਾ ਰਿਹਾ ਸੀਗਾ ਕਿ ਸ਼ਾਇਦ ਰਾਤ ਬਰਾਤੇ ਜਿਹੜਾ ਜੀ ਉਹਦੇ ਡੇਰੇ ਦੇ ਉੱਤੇ ਅਟੈਕ ਜਿਹੜਾ ਜੀ ਉਹ ਹੋ ਸਕਦਾ ਹੈ। ਹੁਣ ਪੁਲਿਸ ਇਹ ਨਹੀਂ ਦੱਸ ਰਹੀ ਕਿ ਜਿਹੜੇ ਟੋਈਆ ਜਹਾਜ਼ ਹੁੰਦੇ ਨੇ ਟੋਹਣ ਵਾਲੇ ਜਿਹੜੇ ਛੋਟੇ ਛੋਟੇ, ਉਹਨਾਂ ਦੇ ਰਾਹੀਂ ਜਿਹੜੀ ਉਹਨੇ ਅੰਦਰੋਂ ਸਾਰਾ ਕੁਛ ਦੇਖਿਆ ਡੇਰੇ ਦੇ, ਉਹਨਾਂ ਨੇ ਉੱਥੇ ਕੀ ਦੇਖਿਆ? ਸ਼ਾਇਦ ਉਹਦਾ ਇੱਕ ਤਾਂ ਜਿਹੜੀ ਔਰਤਾਂ ਤੇ ਬੱਚੇ ਜਿਹੜੇ ਬਾਹਰ ਬੈਠੇ ਨੇ ਢਾਲ ਬਣਾ ਕੇ, ਉਹਦੇ ਕਰਕੇ ਜਿਹੜੀ ਪੁਲਿਸ ਹੈ ਉਹ ਹਮਲਾ ਨਹੀਂ ਕਰ ਰਹੀ। ਦੂਜਾ ਉਹਦੇ ਜਿਹੜੀ ਉਹਨੇ ਕਮਾਂਡੋ ਫੋਰਸ ਬਣਾਈ ਹੋਈ ਹੈ ਜੀ ਉਹਦੇ ਕੋਲੇ ਹਥਿਆਰ ਨੇ ਕਾਫੀ। ਇਹ ਲਾਇਸੈਂਸੀ ਨੇ ਗੈਰ ਲਾਇਸੈਂਸੀ ਨੇ, ਇਹ ਵੀ ਕੁਛ ਨਹੀਂ ਪਤਾ ਕਿੰਨੇ ਨੇ। ਇਹਦੇ ਬਾਰੇ ਪੁਲਿਸ ਜਿਹੜੀ ਉਹ ਦੱਸ ਨਹੀਂ ਰਹੀ ਜੀ। ਹੋ ਸਕਦਾ ਹੈ ਕਿ ਹਥਿਆਰ ਜਿਹੜੇ ਵੱਧ ਹੋਣ ਜਿਹਦੇ ਕਰਕੇ ਕਿਸੇ ਕਿਸਮ ਦੇ ਜਿਹੜਾ ਟਕਰਾਓ ਆ ਉਹਦੇ ਤੋਂ ਬਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੱਲ ਜਿਹੜੇ ਗੋਲੀ ਵੀ ਚੱਲਣ ਦੀ ਘਟਨਾ ਜਿਹੜੀ ਸਾਹਮਣੇ ਆਈ ਸੀਗੀ, ਹਾਲਾਂਕਿ ਬਾਅਦ ਦੇ ਵਿੱਚ ਪੁਲਿਸ ਜਿਹੜੀ ਆ ਉਹ ਇਹ ਕਹਿੰਦੀ ਹੈ ਕਿ ਨਹੀਂ ਉਹ ਤਾਂ ਭੁਲੇਖੇ ਦੇ ਨਾਲ ਗੋਲੀ ਚੱਲ ਗਈ ਸੀਗੀ। ਪਰ ਇਹ ਕਿਹਾ ਜਾਂਦਾ ਹੈ ਕਿ ਉਹ ਗੋਲੀ ਇਸ ਜਿਹੜਾ ਆਸ਼ਰਮ ਬਣਾ ਕੇ ਬੈਠਾ ਉਹਦੇ ਵੱਲੋਂ ਜਿਹੜੀ ਆ ਜੀ ਉਹ ਚਲਾਈ ਗਈ ਹੈ।
ਸੋ ਇਹਦੇ ਉੱਤੇ ਹਮਲਾ ਕਰਕੇ ਉਹਨੂੰ ਗ੍ਰਿਫਤਾਰ ਤਾਂ ਕੀਤਾ ਜਾ ਸਕਦਾ। ਕਹਿੰਦੇ ਉਹਦੇ ਜਿਹੜੇ ਸ਼ਰਧਾ ਉੱਲੂ ਨੇ ਜੀ, ਉਹ ਕਹਿੰਦੇ ਉਹ ਤਾਂ ਅਜੇ ICU ਦੇ ਵਿੱਚ ਆ, 19 ਤਰੀਕ ਨੂੰ ਪੇਸ਼ ਹੋਊਗਾ। ਜਿਹੜਾ ਬੰਦਾ ICU ਦੇ ਵਿੱਚ ਹੈ ਉਹ 2 ਦਿਨਾਂ ਦੇ ਵਿੱਚ 9/9 ਹੋ ਕੇ ਅਦਾਲਤ ਦੇ ਵਿੱਚ ਕਿਵੇਂ ਪੇਸ਼ ਹੋ ਸਕਦਾ ਜੀ? ਉਹ ਅੰਦਰ ਖੁੱਡ 'ਚ ਵੜਿਆ ਬੈਠਾ ਜੀ। ਹੁਣ ਦੇਖੋ ਜਿਹੜੀ ਪੁਲਿਸ ਹੈ ਉਹਨੂੰ ਕਦੋਂ ਕੱਢਦੀ ਆ ਉੱਥੋਂ। ਬਿਲਕੁਲ ਜੀ, ਦੇਖੋ ਬਾਬਿਆਂ ਦਾ ਕਾਫੀ ਜ਼ੋਰ ਆ ਤੇ ਬਾਬੇ ਤਾਕਤਵਰ ਵੀ ਬਹੁਤ ਆ ਆਪਣੇ ਸਰਕਾਰ ਨਾਲੋਂ। ਅਤੇ ਅੱਗੇ ਗੱਲ ਕਰੀਏ ਜੀ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਐਕਸੀਡੈਂਟ ਬਹੁਤ ਹੁੰਦੇ ਆ ਤੇ ਹੁਣ ਵੀ 2 ਬੱਸਾਂ ਦੀ ਟੱਕਰ ਹੋ ਗਈ ਆ ਜੀ। ਇਹ ਜਿਹੜੀ ਟੱਕਰ ਹੈ ਜੀ, ਇਹ ਕਰਨਾਲ ਦੇ ਨਜ਼ਦੀਕ ਹੋਈ ਹੈ। ਟ੍ਰੈਫਿਕ ਦੇ ਤੁਹਾਨੂੰ ਪਤਾ ਹੀ ਹੈ ਜੀ ਕਿ ਟ੍ਰੈਫਿਕ ਦਾ ਤਾਂ ਬਹੁਤ ਮੰਦਾ ਹਾਲ ਹੈ ਜੀ ਇੱਥੇ। ਬੱਸਾਂ ਵਾਲੇ ਤਾਂ ਖਾਸ ਤੌਰ ਤੇ, ਪ੍ਰਾਈਵੇਟ ਬੱਸਾਂ ਵਾਲੇ ਉਦੋਂ ਖਾਸ ਤੌਰ ਤੇ, ਜੇ ਬੱਸਾਂ ਬਾਦਲਾਂ ਦੀਆਂ ਹੋਣ ਫਿਰ ਉਦੋਂ ਖਾਸ ਤੌਰ ਤੇ, ਉਹ ਤਾਂ ਪਰਵਾਹ ਹੀ ਨਹੀਂ ਕਰਦੇ ਜੀ ਕਿਸੇ ਵੀ ਚੀਜ਼ ਦੀ। ਇਹ ਜਿਹੜੀ ਨਿਰਮਲ ਕੁਟੀਆ ਚੌਕ ਹੈ ਇੱਥੇ ਕਰਨਾਲ ਦੇ ਵਿੱਚ, ਉੱਥੇ ਇੰਡੋ ਕੈਨੇਡੀਅਨ ਬੱਸ ਤੇ ਹਰਿਆਣਾ ਰੋਡਵੇਜ਼ ਦੇ ਕਰਨਾਲ ਡਿਪੂ ਦੀ ਬੱਸ ਦੀ ਜਿਹੜੀ ਹੈ ਜੀ ਉਹ ਟੱਕਰ ਹੋਈ ਹੈ ਜੀ। ਹਰਿਆਣਾ ਰੋਡਵੇਜ਼ ਦੀ ਦਾ ਡਰਾਈਵਰ ਤੇ ਕੰਡਕਟਰ ਜਿਹੜਾ ਉਹਦੀ ਮੌਕੇ ਦੇ ਉੱਤੇ ਹੀ ਮੌਤ ਜਿਹੜੀ ਹੋ ਗਈ ਆ, ਜਦੋਂ ਕਿ 20 ਦੇ ਕਰੀਬ ਜਿਹੜੀਆਂ ਸਵਾਰੀਆਂ ਨੇ ਉਹ ਜ਼ਖਮੀ ਹੋਈਆਂ ਨੇ। ਜ਼ਖਮੀਆਂ ਦੇ ਵਿੱਚੋਂ ਇੱਕ ਤਾਂ ਲੁਧਿਆਣੇ ਦਾ ਹੈ ਜੀ ਹਰਨੇਕ ਸਿੰਘ ਤੇ ਇੱਕ ਮੁਕਤਸਰ ਦਾ ਹੈ ਵੀਰ ਸਿੰਘ। ਇਹ ਜ਼ਿਆਦਾ ਸੀਰੀਅਸ ਨੇ, ਜਿਨ੍ਹਾਂ ਨੂੰ ਚੰਡੀਗੜ੍ਹ ਦੇ PGI ਦੇ ਵਿੱਚ ਰੈਫਰ ਜਿਹੜਾ ਜੀ ਉਹ ਕੀਤਾ ਗਿਆ। ਬਾਕੀ ਜਿਹੜੇ ਨੇ ਜੀ ਉਹਨਾਂ ਨੂੰ ਕਰਨਾਲ ਦੇ ਹਸਪੀਟਲ ਦੇ ਵਿੱਚ ਜਿਹੜਾ ਜੀ ਉਹ ਦਾਖਲ ਉੱਥੇ ਕਰਵਾਇਆ ਗਿਆ। ਇਹਦੇ ਵਿੱਚ ਜਿਹੜੇ ਇੰਡੋ ਕੈਨੇਡੀਅਨ ਬੱਸ ਦੇ ਵਿੱਚ, ਕਿਉਂਕਿ ਏਅਰਪੋਰਟ ਤੇ ਜਾਂਦੀਆਂ ਨੇ ਜੀ, ਤੋ ਇਹਨਾਂ ਦੇ ਵਿੱਚ ਜਿਹੜੇ ਨੇ ਉਹ ਪ੍ਰਵਾਸੀ ਭਾਰਤੀ ਸਨ ਜੀ ਮੈਕਸੀਮਮ, ਜਿਹੜੇ ਜਿਨ੍ਹਾਂ ਨੂੰ ਸੱਟਾਂ ਵਗੈਰਾ ਲੱਗੀਆਂ ਨੇ। ਇਹਨਾਂ ਨੂੰ ਕੁਝ ਇੱਕ ਨੂੰ ਤਾਂ ਹਸਪੀਟਲ ਦੇ ਵਿੱਚੋਂ ਜਿਹੜੀ ਹੈ ਜੀ ਉਹ ਛੁੱਟੀ ਦੇ ਦਿੱਤੀ ਗਈ ਆ। ਬਾਕੀ ਜਿਹੜੇ ਨੇ ਉਹ ਇਲਾਜ ਉਹਨਾਂ ਦਾ ਹੋ ਰਿਹਾ। ਇਹ ਜਿਹੜੀ ਹਾਲਾਂਕਿ ਡਿਟੇਲ ਤਾਂ ਸਾਹਮਣੇ ਆਈ ਹੈ ਜੀ ਕਿ ਜਿੰਨੇ ਲੋਕ ਇਹਦੇ ਵਿੱਚ ਸ਼ਾਮਲ ਸਨ। ਮੁਸ਼ਕਿਲ ਇਹ ਹੈ ਜੀ ਕਿ ਪ੍ਰਾਈਵੇਟ ਬੱਸਾਂ ਜਿਹੜੀਆਂ ਨੇ ਜੀ ਉਹਨਾਂ ਦੇ ਉੱਤੇ, ਉਹਨਾਂ ਦੀ ਸਪੀਡ ਦੇ ਉੱਤੇ ਕੋਈ ਕੰਟਰੋਲ ਨਹੀਂ ਹੈ ਜੀ, ਕੋਈ ਵੀ ਉਹਨਾਂ ਦੇ ਉੱਤੇ ਕੰਟਰੋਲ ਨਹੀਂ ਆ। ਅੰਨ੍ਹੇਵਾਹ ਉਹ ਚੱਲਦੀਆਂ ਨੇ। ਇੱਥੇ ਪੰਜਾਬ ਦੇ ਵਿੱਚ ਜੇ ਕਿਤੇ ਸਰਵੇ ਕੀਤਾ ਜਾਵੇ ਤਾਂ ਮੈਕਸੀਮਮ ਜਿਹੜੇ ਹਾਦਸੇ ਨੇ ਉਹ ਔਰਬਿਟ ਤੇ ਡੱਬ ਵਾਲੀ ਟਰਾਂਸਪੋਰਟ ਜਿਹੜੀਆਂ ਨੇ ਉਹਨਾਂ ਬੱਸਾਂ ਦੀ ਵਜ੍ਹਾ ਕਰਕੇ ਹੁੰਦੇ ਨੇ, ਜਿਹੜੀਆਂ ਕਿ ਬਾਦਲਾਂ ਦੀਆਂ ਨੇ ਜੀ। ਜੀ ਕਾਫੀ ਕਈ ਵਾਰੀ ਇਹ ਸੁਣਨ ਨੂੰ ਆਇਆ ਕਿ ਕਦੀ ਕਿਸੇ ਤੇ ਬੱਸ ਲਗਾ ਦਿੰਦੇ, ਕਦੀ ਕਿਸੇ ਤੇ ਬੱਸ ਲਗਾ ਦਿੰਦੇ ਆ। ਤੇ ਅੱਗੇ ਜੀ ਇੱਕ ਗੱਲ ਬੜੀ ਪ੍ਰਚਲਿਤ ਹੈ ਕਿ ਤੇਲ ਬਠਿੰਡੇ ਦਾ ਤੇ ਖਰਚਾ ਪਾਣੀਪਤ ਦਾ, ਇਹਦੇ ਪਿੱਛੇ ਕੀ ਆ? ਇਹ ਕਹਿ ਰਹੀ ਕਿ ਗੁਰੂ ਗੋਬਿੰਦ ਸਿੰਘ ਤੇਲ ਰਿਫਾਈਨਰੀ ਜਿਹੜੀ ਹੈ ਜੀ ਉਹਨੂੰ ਚੱਲਿਆ 2 ਸਾਲ ਹੋ ਗਏ ਨੇ। ਕੇਂਦਰ ਦੀ ਸਰਕਾਰ ਜਿਹੜੀ ਹੈ ਜੀ ਉਹਨੇ ਪੇਪਰ ਦੇ ਮੁਤਾਬਕ, ਕਾਗਜ਼ਾਂ ਦੇ ਮੁਤਾਬਕ ਪੰਜਾਬ ਨੂੰ ਤੇਲ ਅਜੇ ਵੀ ਪਾਣੀਪਤ ਰਿਫਾਈਨਰੀ ਤੋਂ ਵੀ ਸਪਲਾਈ ਹੁੰਦਾ ਜਿਹੜਾ ਉਹ ਮੰਨਿਆ ਜੀ। ਇਹ ਤਕਨੀਕੀ ਜਿਹੜਾ ਜੀ ਪੰਜਾਬ ਦੇ ਜਿਹੜੇ ਕੰਜ਼ਿਊਮਰ ਨੇ ਜੀ ਉਹਨਾਂ ਦੀਆਂ ਜੇਬਾਂ ਦੇ ਉੱਤੇ ਪੈ ਰਿਹਾ। ਲੋਕਾਂ ਨੂੰ ਪੈਟਰੋਲ ਤੇ ਡੀਜ਼ਲ ਤੇ 60 ਪੈਸੇ ਫੀ ਲੀਟਰ ਜਿਹੜਾ ਜੀ ਉਹ ਵੱਧ ਅਦਾ ਕਰਨਾ ਪੈ ਰਿਹਾ ਜੀ। ਇਹ ਸਾਰਾ ਤੇਲ ਭਾਵੇਂ ਬਠਿੰਡਾ ਰਿਫਾਈਨਰੀ ਤੋਂ ਆ ਰਿਹਾ, ਪਰ ਪੰਜਾਬ ਦੇ ਜਿਹੜੇ ਖਪਤਕਾਰ ਨੇ ਜੀ ਉਹਨਾਂ ਨੂੰ ਪਾਣੀਪਤ ਤੋਂ 60 ਪੈਸੇ ਫੀ ਲੀਟਰ ਟਰਾਂਸਪੋਰਟ ਖਰਚ ਦੇ ਤੌਰ ਦੇ ਉੱਤੇ ਵੱਖਰੇ ਜਿਹੜੇ ਉਹ ਦੇਣੇ ਪੈ ਰਹੇ ਨੇ ਜੀ। ਬਠਿੰਡੇ ਦੇ ਜਿਹੜੇ ਖਪਤਕਾਰ ਨੇ ਉਹਨਾਂ ਨੂੰ ਵੀ ਇਹ ਵਾਧੂ ਪੈਸੇ ਜਿਹੜੇ ਉਹ ਦੇਣੇ ਪੈ ਰਹੇ ਨੇ। ਬਠਿੰਡੇ ਦੀ ਤੇਲ ਰਿਫਾਈਨਰੀ 2012 ਤੋਂ 9 ਮਿਲੀਅਨ ਟਨ ਤੇਲ ਦੀ ਪੈਦਾਵਾਰ ਜਿਹੜੀ ਪੰਜਾਬ, ਹਰਿਆਣਾ, ਰਾਜਸਥਾਨ ਤੇ ਕੁਝ ਹੋਰ ਜਿਹੜੇ ਰਾਜ ਨੇ ਉਹਨਾਂ ਦੀ ਪੂਰੀ ਕਰ ਰਹੀ ਹੈ। ਪਰ ਤੇਲ ਦੀ ਕੀਮਤ ਲਈ ਬੇਸ ਸਟੇਸ਼ਨ ਜਿਹੜਾ ਜੀ ਕੇਂਦਰ ਦੇ ਪੈਟਰੋਲੀਅਮ ਪਲੈਨਿੰਗ ਐਂਡ ਐਨਾਲਿਸਿਸ ਸੈੱਲ ਜਿਹੜਾ ਜੀ ਅਜੇ ਤਾਈਂ ਉਹਨੇ ਤਜਵੀਜ਼ ਪਾਸ ਹੀ ਨਹੀਂ ਕੀਤੀ ਜੀ। ਜਿਹੜੇ ਅਧਿਕਾਰੀ ਨੇ ਉਹ ਦੱਸਦੇ ਨੇ ਕਿ ਤਜਵੀਜ਼ ਪੈਟਰੋਲੀਅਮ ਮੰਤਰਾਲੇ ਕੋਲੇ ਭੇਜੀ ਜਾ ਰਹੀ ਹੈ, ਅਜੇ ਤੱਕ ਕਿਉਂ ਨਹੀਂ ਭੇਜੀ ਗਈ ਇਹ ਨਹੀਂ ਪਤਾ ਜੀ। ਪੰਜਾਬ ਦੀ ਸਰਕਾਰ ਨੇ ਡੀਜ਼ਲ ਤੇ ਵੈਟ ਦੇ ਵਿੱਚ 80% ਲੀਟਰ ਜਿਹੜਾ ਜੀ ਉਹ ਕੱਲ ਵਾਧਾ ਕੀਤਾ ਔਰ ਜਿਹੜਾ ਬਠਿੰਡੇ ਨੂੰ ਬੇਸ ਸਟੇਸ਼ਨ ਕਰਾਰ ਦੇਣ ਦੇ ਨਾਲ ਪੰਜਾਬ ਦੇ ਲੋਕਾਂ ਨੂੰ 60 ਪੈਸੇ ਤੇਲ ਜਿਹੜਾ ਉਹ ਸਸਤਾ ਮਿਲ ਸਕਦਾ ਹੈ। ਪਰ ਉਹਦੇ ਵਾਸਤੇ ਜਦੋਂ ਅਪਲਾਈ ਹੀ ਨਹੀਂ ਕੀਤਾ ਤੇ ਉਹ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਚੁੱਪ ਕਰਕੇ, ਕਿਉਂਕਿ ਉਹਨੂੰ 60 ਪੈਸੇ ਜਿਹੜਾ ਜੀ ਪਰ ਲੀਟਰ ਦੇ ਹਿਸਾਬ ਦੇ ਨਾਲ ਵੱਧ ਮਿਲੀ ਜਾਂਦੇ ਨੇ, ਉਹ ਵੀ ਚੁੱਪ ਬੈਠੀ ਹੈ। ਨਾ 2 ਸਾਲ ਤੋਂ ਸਰਕਾਰ ਨੇ ਗੌਰ ਕੀਤੀ ਇਹਦੇ ਵਾਸਤੇ ਕਿ ਇਹ ਅਪਲਾਈ ਕਰਕੇ 60 ਪੈਸੇ ਫੀਸ ਜਿਹੜਾ ਜੀ ਉਹ ਘਟਾਇਆ ਜਾ ਸਕਦਾ। ਜੇ ਉਹਨਾਂ ਨੇ ਪੱਲਿਓ ਪਾਉਣਾ ਹੋਵੇ ਤਾਂ ਝੱਟ ਨਹੀਂ ਜਿਹੜਾ ਕਰ ਦੇਣ ਨਾ ਜੀ, ਆਪ ਨੂੰ ਤਾਂ ਕੋਈ ਫਿਕਰ ਨਹੀਂ ਹੈ ਜੀ, ਉਹ ਤਾਂ ਲੋਕਾਂ ਦੇ ਸਿਰ ਤੋਂ ਪੈਣਾ ਹੈ। ਇਸ ਕਰਕੇ 60 ਪੈਸੇ ਹੋਰ ਵੱਧ ਕੀ ਸੀ ਜੀ। ਜੀ ਤੇ ਅੱਗੇ ਗੱਲ ਕਰਦੇ ਜੀ ਜੋਗੇਵਾਲਾ ਦੇ ਵਿੱਚ ਸਿੱਖਾਂ ਦੇ ਵਿੱਚ ਤੇ ਜਿਹੜੇ ਡੇਰਾ ਪ੍ਰੇਮੀ ਆ ਉਹਨਾਂ ਦੇ ਵਿੱਚ ਇੱਕ ਖੂਨੀ ਝੜਪ ਹੋਈ ਆ। ਇਹ ਤਕਰੀਬਨ ਵਾਹਵਾ ਜਗ੍ਹਾ ਦੇ ਉੱਤੇ ਹੁਣ ਹੋਈ ਜਾ ਰਹੀਆਂ ਨੇ ਜੀ। ਫਿਰੋਜ਼ਪੁਰ ਦੇ ਮਖੂ ਬਲਾਕ ਦੇ ਵਿੱਚ ਪੈਂਦਾ ਜੀ ਇਹ ਜੋਗੇਵਾਲਾ ਜੀ। ਇਹ ਜਿਹੜੀ ਖੂਨੀ ਝੜਪ ਹੋਈ ਹੈ ਤੇ ਡੇਰਾ ਪ੍ਰੇਮੀ ਤੇ ਜਿਹੜੇ ਸਿੱਖ ਕਾਰਕੁਨ ਨੇ ਜੀ ਉਹ ਜ਼ਖਮੀ ਹੋਏ ਨੇ। ਕਾਫੀ ਵੱਡੀ ਗਿਣਤੀ ਦੇ ਵਿੱਚ ਦਰਜਨ ਦੇ ਕਰੀਬ ਜਿਹੜੇ ਜੀ ਉਹ ਇਹ ਕਿਹਾ ਜਾ ਰਿਹਾ ਜੀ ਜ਼ਖਮੀ ਹੋਏ ਨੇ।
ਜਿਹੜੇ ਡੇਰਾ ਪ੍ਰੇਮੀ ਨੇ ਜੀ ਉਹ ਆਪਣੇ ਕਿਸੇ ਸਾਥੀ ਦੇ ਘਰ ਜਿਹੜੀ ਰੱਖੀ ਨਾਮ ਚਰਚਾ ਸੀ ਉਹਦੇ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸੀਗੇ, ਜਦੋਂ ਕਿ ਸਿੱਖਾਂ ਦੇ ਗਰੁੱਪ ਦੇ ਵੱਲੋਂ ਗੋਲੀ ਜਿਹੜੀ ਉਹ ਚਲਾ ਦਿੱਤੀ ਗਈ। ਜਿਹੜੀ ਭੀੜ ਸੀ ਉਹ ਭੜਕ ਪਈ। ਹਿੰਸਾ ਨੂੰ ਜਿਹੜਾ ਕਾਬੂ ਕਰਨ ਦੇ ਵਾਸਤੇ ਪੁਲਿਸ ਨੇ ਵੀ ਹਵਾਈ ਫਾਇਰ ਜਿਹੜੇ ਜੀ ਉਹ ਕੀਤੇ। ਫਿਰੋਜ਼ਪੁਰ ਤੋਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਜਿਹੜੀ ਆ ਜੀ ਉਹ ਬੁਲਾਈ ਗਈ ਔਰ ਦੋਵਾਂ ਧਿਰਾਂ ਦੇ ਵਿਚਾਲੇ ਜਿਹੜੀ ਜੀ ਉਹ ਗੱਲਬਾਤ ਹੋਈ, ਪਰ ਕੋਈ ਸਿੱਟਾ ਜਿਹੜਾ ਜੀ ਉਹ ਨਹੀਂ ਨਿਕਲਿਆ। ਇਹਦੀ ਜਾਂਚ ਜਿਹੜੀ ਹੈ ਜੀ ਉਹ ਪੁਲਿਸ ਦੇ ਵੱਲੋਂ ਜਾਰੀ ਹੈ। ਡੇਰਾ ਪ੍ਰੇਮੀਆਂ ਦੀ 15 ਮੈਂਬਰੀ ਜਿਹੜਾ ਜ਼ਿਲ੍ਹਾ ਕਮੇਟੀ ਹੈ ਜੀ ਉਹਨੇ ਇਹ ਕਿਹਾ ਜੀ ਕਿ ਜੋਗੇਵਾਲ ਦੇ ਵਿੱਚ ਹੋਣ ਵਾਲੀ ਜਿਹੜੀ ਨਾਮ ਚਰਚਾ ਉਹ ਨਹੀਂ ਹੋਣ ਦੇਣਗੇ ਔਰ ਉਹਨਾਂ ਨੇ ਇਹ ਵੀ ਕਿਹਾ ਜੀ ਕਿ ਇਹਦੀ ਜਾਣਕਾਰੀ ਜਿਹੜੀ ਆ ਪੁਲਿਸ ਨੂੰ ਦਿੱਤੀ ਹੈ। ਇਹ ਜਿਹੜਾ ਤਣਾਅ ਆ ਨਾ ਜੀ ਡੇਰਾ ਪ੍ਰੇਮੀਆਂ ਤੇ ਸਿੱਖਾਂ ਦੇ ਵਿਚਾਲੇ, ਇਹ ਇੱਕ ਵਾਰੀ ਫੇਰ ਤੋਂ ਜਿਹੜਾ ਜੀ ਉਹ ਜ਼ਿਆਦਾ ਹੋਣ ਲੱਗਿਆ। ਇਹਦਾ ਰੀਜ਼ਨ ਮੇਰਾ ਕੱਲ ਦੱਸਣ ਦੀ ਜ਼ਰੂਰਤ ਤਾਂ ਨਹੀਂ, ਸਭ ਨੂੰ ਪਤਾ ਜੀ, ਸਮਝ ਹੀ ਜਾਣਾ ਲੋਕਾਂ ਨੇ ਕਿ ਕਿਉਂ ਇਹ ਸਾਰਾ ਜਿਹੜਾ ਦੁਬਾਰਾ ਸ਼ੁਰੂ ਹੋ ਗਿਆ ਜੀ, ਕਿਉਂ ਉਭਾਰੀਆਂ ਜਾ ਰਹੀਆਂ ਇਹ ਜਾਣ ਕੇ ਗੱਲਾਂ। ਤੇ ਨਾਲ ਜੀ ਨਾਲ ਲੱਗਦੀ ਆਪਾਂ ਫਿਰ ਗੱਲ ਕਰ ਲਈਏ ਕਿ ਜਿਵੇਂ ਭਾਜਪਾ ਆ ਉਹ ਸਿੱਖ ਮੁੱਦਿਆਂ ਨੂੰ ਉਭਾਰਨ ਦੀ ਕਰ ਰਹੀ ਆ, ਤੇ ਤੁਹਾਨੂੰ ਇਸ ਤਰ੍ਹਾਂ ਲੱਗਦਾ ਨਹੀਂ ਕਿ ਕੁਛ ਜਿਹੜੇ ਜੇਲ੍ਹ ਦੇ ਵਿੱਚ ਨੇ ਕਾਫੀ ਟਾਈਮ ਦੇ ਉੱਤੋਂ ਸਿੱਖ, ਤੇ ਉਹਨਾਂ ਨੂੰ ਉਹ ਰਿਹਾ ਕਰੂਗੀ ਜੀ, ਲੱਗਦਾ ਕਰੂਗੀ। ਜਿਹੜਾ ਕਿਉਂਕਿ ਜਿਹੜੇ ਤਰੀਕੇ ਦੇ ਨਾਲ ਇਹ ਹਰਿਆਣੇ ਦੇ ਵਿੱਚ ਸਾਰਾ ਕੁਛ ਇਹਨੂੰ ਜਿਹੜਾ ਹੁਣ ਕੇਂਦਰਿਤ ਕੀਤਾ ਗਿਆ ਇਹਨੂੰ ਉਭਾਰਿਆ ਜਾਊਗਾ ਮਸਲੇ ਨੂੰ ਇੱਕ ਵਾਰੀ ਫੇਰ। ਦੇਖੋ ਉਹਨਾਂ ਦੀ ਰਿਹਾਈ ਤਾਂ ਬਣਦੀ ਹੈ ਨਾ ਜੀ, ਟੈਕਨੀਕਲੀ ਲਾ ਲਓ, ਕਾਨੂੰਨ ਲਾ ਲਓ, ਸੰਵਿਧਾਨ ਦੇ ਮੁਤਾਬਕ ਲਾ ਲਓ, ਉਹਨਾਂ ਦੀ ਰਿਹਾਈ ਤਾਂ ਹੋਣੀ ਹੈ ਜੀ ਔਰ ਇਹ ਹੋਣੀ ਚਾਹੀਦੀ ਹੈ ਕਿਉਂਕਿ ਕਾਨੂੰਨ ਦੇ ਮੁਤਾਬਕ ਜਿਹੜੀ ਉਹਨਾਂ ਨੂੰ ਸਜ਼ਾ ਦਿੱਤੀ ਗਈ ਸੀ ਉਹ ਉਹਨਾਂ ਨੇ ਭੁਗਤ ਲਈ। ਉਹ ਹੁਣ ਜਿਹੜਾ ਜੀ ਅੰਦਰ ਕਿਉਂ ਰਹਿ ਰਹੇ ਨੇ ਇੰਨੇ ਸਾਲਾਂ ਤੋਂ ਜੀ, ਉਹਨਾਂ ਨੂੰ ਅੰਦਰ ਕਿਹੜੇ ਕਾਨੂੰਨ ਦੇ ਰੱਖਿਆ ਗਿਆ? ਕਿਹੜਾ ਕਾਨੂੰਨ ਕਹਿੰਦਾ ਕਿ ਇੱਕ ਬੰਦੇ ਨੂੰ ਉਮਰ ਕੈਦ ਦੀ ਸਜ਼ਾ ਹੋਈ ਆ, ਉਹਦੀ ਉਹ ਪੂਰੀ ਹੋ ਗਈ ਤੇ ਅਜੇ ਵੀ ਉਹ ਜੇਲ੍ਹ ਦੇ ਵਿੱਚ? ਇਹ ਕਿਹਾ ਜਾਂਦਾ ਜੀ ਕਿ ਸੁਸਾਇਟੀ ਦੇ ਵਾਸਤੇ ਖਤਰਾ। ਸੁਸਾਇਟੀ ਦੇ ਵਾਸਤੇ ਖਤਰਾ ਕਿਵੇਂ ਹੋ ਸਕਦਾ ਜੀ? ਕਿਹੜੇ ਤਰੀਕੇ ਨਾਲ ਹੋ ਸਕਦਾ? ਹੁਣ ਉਹਨਾਂ ਨੇ ਕਿਹੜਾ ਗੁਨਾਹ ਅੰਦਰ ਰਹਿੰਦਿਆਂ ਹੋਇਆ ਜਿਹੜਾ ਕਰ ਲਿਆ? ਉਹਨਾਂ ਦਾ ਚਾਲ ਚੱਲਣ ਕੋਈ ਮਾੜਾ ਹੋਵੇ ਅੰਦਰ ਜੇਲ੍ਹ ਦੇ ਵਿੱਚ, ਕੋਈ ਕੁੱਟਮਾਰ ਕੀਤੀ ਹੋਵੇ, ਕੋਈ ਹਮਲਾ ਕਿਸੇ ਦੇ ਉੱਤੇ ਕੀਤਾ ਹੋਵੇ, ਕਿਸੇ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ, ਫਿਰ ਉਹਨਾਂ ਨੂੰ ਕਿਉਂ ਅੰਦਰ ਰੱਖਿਆ ਜਾ ਰਿਹਾ ਜੀ? ਇਹ ਸਿਆਸਤ ਹੈ ਜਿਹੜੀ ਇੱਥੇ ਚੱਲ ਰਹੀ ਹੈ। ਸਭ ਨੂੰ ਪਤਾ ਹੈ ਕਿ ਕੁਝ ਸਮਾਂ ਪਹਿਲਾਂ ਬਾਦਲ ਸਾਹਿਬ ਨੇ ਇਹ ਚਿੱਠੀਆਂ ਜਿਹੜੀਆਂ ਲਿਖੀਆਂ ਸੀਗੀਆਂ ਕਿ ਜੇ ਇਹਨਾਂ ਦੀ ਰਿਹਾਈ ਹੁੰਦੀ ਹੈ ਤੇ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਹੋ ਸਕਦਾ। ਹੁਣ ਇਹਨੂੰ ਜੀ ਇੱਕ ਦੂਜੇ ਐਂਗਲ ਨਾਲ ਤੁਸੀਂ ਦੇਖੋ ਤਾਂ ਤੁਸੀਂ ਕਹਿ ਸਕਦੇ ਹੋ ਕਿ ਉਭਾਰ ਕੇ ਇਹਨੂੰ ਹੁਣ ਇਹਨਾਂ ਦੀ ਰਿਹਾਈ ਜਿਹੜੀ ਆ ਉਹ ਕੀਤੀ ਜਾਊਗੀ ਤੇ ਇਹਦਾ ਕ੍ਰੈਡਿਟ ਜਿਹੜਾ ਜੀ ਉਹ ਲਊਗੀ ਭਾਰਤੀ ਜਨਤਾ ਪਾਰਟੀ। ਬਿਲਕੁਲ ਜੀ, ਪੂਰੀਆਂ ਤਿਆਰੀਆਂ ਆ। ਤੇ ਜਿਸ ਤਰ੍ਹਾਂ ਭਾਈ ਗੁਰਬਖਸ਼ ਸਿੰਘ ਵੀ ਆ ਜਿਹੜੇ ਅੱਜ ਕੱਲ੍ਹ ਭੁੱਖ ਹੜਤਾਲ ਤੇ ਉਹ ਹਰਿਆਣੇ ਦੇ ਵਿੱਚ ਹੀ ਬੈਠੇ ਆ। ਕੁਛ ਤੇ ਕੁਛ ਜਿਹੜੀਆਂ ਸ਼ੱਕ ਦੀਆਂ ਨਜ਼ਰਾਂ ਹੈਗੀਆਂ ਆ ਇਸੇ ਤਰ੍ਹਾਂ ਦੀਆਂ ਹੀ ਆ, ਕਿਉਂਕਿ ਵਿੱਚ ਉਹ ਕਾਫੀ ਚੁੱਪ ਵੀ ਰਹੇ ਆ ਤੇ ਹੁਣ ਉਹ ਦੁਆਰਾ ਫਿਰ ਗੱਲਾਂ ਆ ਜਿਹੜੀਆਂ ਹੋ ਰਹੀਆਂ ਆ ਤੇ ਉਹਨਾਂ ਦੇ ਬਿਆਨ ਵੀ ਇਸ ਤਰ੍ਹਾਂ ਦੇ ਆ ਰਹੇ ਆ ਜਿਹੜੇ ਪਹਿਲਾਂ ਇਸ ਤਰ੍ਹਾਂ ਉਹਨਾਂ ਨੇ ਨਹੀਂ ਕਦੇ ਦਿੱਤੇ। ਅਤੇ ਅੱਗੇ ਗੱਲ ਕਰਦੇ ਆ ਜੀ ਨਹਿਰੂ ਦੀ ਵਿਰਾਸਤ ਨੂੰ ਲੈ ਕੇ ਕਾਂਗਰਸ ਆ ਜਿਹੜੀ ਉਹ ਮੁੜ ਕੇ ਚਾਹੁੰਦੀ ਆ ਕਿ ਮੈਂ ਇਸੇ ਤਰ੍ਹਾਂ ਮੁੜ ਕੇ ਸਰਜੀਤ ਹੋ ਜਾ, ਇਸ ਦੇ ਪਿੱਛੇ ਕੀ ਆ? ਜੀ ਬਿਲਕੁਲ, ਜਿਹੜਾ ਜੀ ਜਿਹੜੀਆਂ ਚੋਣਾਂ ਦੇ ਵਿੱਚ ਹਾਰ ਤੋਂ ਮਗਰੋਂ ਅਜੇ ਵੀ ਜਿਹੜਾ ਇਹ ਤੁਸੀਂ ਕਹਿ ਲਓ ਕਿ ਉਹ ਕੋਮਾ ਬਾਹਰ ਨਹੀਂ ਆ ਰਹੀ। ਹੁਣ ਕੋਮਾ ਦੇ ਵਿੱਚੋਂ ਕੱਢਣ ਦੇ ਉਹਨੂੰ ਜਿਹੜੇ ਜੀ ਉਹ ਯਤਨ ਜਾਰੀ ਨੇ। ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਜਿਹੜੇ ਆ ਜੀ ਉਹ ਕੱਲ ਤੋਂ ਸ਼ੁਰੂ ਹੋ ਰਹੀ ਜਵਾਹਰ ਲਾਲ ਨਹਿਰੂ ਦੀ ਵਿਰਾਸਤ ਬਾਰੇ ਜਿਹੜਾ ਜੀ 2 ਦਿਨਾਂ ਕੌਮਾਂਤਰੀ ਕਾਨਫਰੰਸ ਦੌਰਾਨ ਪਾਰਟੀ ਦੀ ਜਿਹੜੀ ਆ ਜੀ ਅਗਵਾਈ ਕਰਨਗੇ। ਇਹਦੇ ਵਿੱਚ ਧਰਮ ਨਿਰਪੱਖਤਾ ਵਿਸ਼ੇ ਬਾਰੇ ਜਿਹੜੀ ਆ ਜੀ ਉਹ ਬਹਿਸ ਹੋ ਰਹੀ ਹੈ। 16 ਦੇਸ਼ਾਂ ਦੇ ਆਗੂ ਜਿਹੜੇ ਇਹਦੇ ਵਿੱਚ ਸ਼ਿਰਕਤ ਕਰਨਗੇ, ਜਦੋਂ ਕਿ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਾਈ ਉਹ ਪਹੁੰਚ ਗਏ ਨੇ ਦਿੱਲੀ ਦੇ ਵਿੱਚ। ਕਾਨਫਰੰਸ ਦੇ ਵਿੱਚ ਕਾਂਗਰਸ ਦਾ 9 ਮੈਂਬਰੀ ਵਫਦ ਸ਼ਾਮਲ ਹੋਊਗਾ ਜੀ, ਜਿਹਦੇ ਵਿੱਚ ਬਹੁਤ ਗਿਣਤੀ ਯੂਥ ਕਾਂਗਰਸ ਦੇ ਆਗੂਆਂ ਦੀ ਹੈ ਜੀ। ਤੋਂ ਜਿਹੜੇ ਸਰਕਾਰ ਦੇ ਵਿੱਚ ਜਿਨ੍ਹਾਂ ਦੀ ਤੂਤੀ ਬੋਲਦੀ ਹੁੰਦੀ ਸੀ ਪਿਛਲੀ UPA ਸਰਕਾਰ ਦੇ ਵਿੱਚ, ਹਰ ਰੋਜ਼ ਬਿਆਨਾਂ ਦੇ ਰੂਪ ਦੇ ਵਿੱਚ ਟੈਲੀਵਿਜ਼ਨ ਦੇ ਉੱਤੇ ਇਹਨਾਂ ਦੇ ਚਿਹਰੇ ਹੀ ਵੇਖਣ ਨੂੰ ਮਿਲਦੇ ਸੀਗੇ। ਜਿਉਂ ਚੋਣਾਂ ਹਾਰੀ ਹੈ ਜੀ ਕਾਂਗਰਸ, ਉਹ ਮੁੜ ਕੇ ਕਿਤੇ ਲੱਭੇ ਹੀ ਨਹੀਂ। ਇਹਦਾ ਮਤਲਬ ਇਹ ਕਿ ਉਨੀ ਦੇਰ ਤੱਕ ਉਹ ਸਰਗਰਮ ਸਨ ਜਿੰਨੀ ਦੇਰ ਤੱਕ ਉਹ ਸੱਤਾ ਦੇ ਵਿੱਚ ਸਨ ਦੀ, ਜਿੰਨੀ ਦੇਰ ਤੱਕ ਉਹਨਾਂ ਕੋਲ ਕੈਬਨਿਟ ਮੰਤਰਾਲੇ ਸਨ ਜੀ। ਉਹਦੇ ਤੁਸੀਂ ਜਿੰਨੇ ਮਰਜ਼ੀ ਨਾ ਗਿਣ ਲਓ, ਉਹਨਾਂ ਚੋਂ ਸਰਗਰਮ ਕਿਹੜਾ ਜੀ? ਜੇ ਕਿਤੇ ਕੋਈ ਬਿਆਨ ਦੀਂਦਾ ਕਿਤੇ ਤਾਂ ਉਹ ਦਿਗਵਿਜੇ ਸਿੰਘ ਦਾ ਦਿਸ ਪੈਂਦਾ, ਬਾਕੀ ਤਾਂ ਸਾਰੇ ਜਿਹੜੇ ਉਹ ਨਕਸ਼ੇ ਤੋਂ ਹੀ ਹੋ ਗਏ ਜੀ।
ਇੰਨੀ ਤੇਜ਼ੀ ਦੇ ਨਾਲ ਗਾਇਬ ਹੋ ਗਏ। ਉਹਨਾਂ ਨੂੰ ਇਹ ਲੱਗਿਆ ਕਿ ਹੁਣ ਉੱਥੇ ਕੀ ਫਾਇਦਾ ਸਿਰ ਭਗਾਈ ਕਰਨ ਦਾ, ਜਦੋਂ ਸਾਡੇ ਕੋਲੇ ਸੱਤਾ ਹੀ ਨਹੀਂ ਰਹੀ। ਕਾਂਗਰਸ ਜਿਹੜੀ ਆ ਜੀ ਉਹ ਹੁਣ ਇਹ ਸੋਚਦੀ ਹੈ ਕਿ ਪੁਰਾਣੇ ਜਿਹੜੇ ਉਹਦੇ ਨੇਤਾ ਹੋਏ ਨੇ ਉਹਨਾਂ ਦੇ ਸਿਰ ਦੇ ਉੱਤੇ ਉਹ ਦੁਬਾਰਾ ਜਿਹੜੀ ਹੈ ਜੀ ਪਾਰਟੀ ਨੂੰ ਪੈਰਾਂ ਸਿਰ ਕਰ ਸਕਦੀ ਹੈ, ਲੋਕਾਂ ਦੇ ਦਿਲਾਂ ਦੇ ਵਿੱਚ ਉਹ ਦੁਬਾਰਾ ਇਹਨੂੰ ਪੈਰਾਂ ਸਿਰ ਕਰ ਸਕੂਗੀ। ਇਹ ਸਵਾਲ ਹੀ ਨੇ। ਕਾਂਗਰਸ ਇਹ ਵੀ ਸੋਚਦੀ ਹੈ ਕਿ ਦਿੱਲੀ ਦੇ ਵਿੱਚ ਇਲੈਕਸ਼ਨ ਹੋ ਰਹੀਆਂ ਨੇ, ਉੱਥੇ ਜਿਹੜਾ ਜੀ ਹੋ ਸਕਦਾ ਕਿ ਕਾਂਗਰਸ ਜਿਹੜੀ ਆ ਦੁਬਾਰਾ ਉਹਦੀ ਕੋਈ ਹਾਜ਼ਰੀ ਜਿਹੜੀ ਆ ਉਹ ਲੱਗ ਸਕੇ। ਹਾਲ ਦੀ ਘੜੀ ਤਾਂ ਇਉਂ ਲੱਗਦਾ ਜੀ ਕਿ ਜਿਹੜਾ ਕੋਮਾ ਦੇ ਵਿੱਚ ਪਿਆ ਹੋਇਆ ਬੰਦਾ ਜੀ ਉਹਨੂੰ ਬੁਲਾਉਣ ਦੇ ਯਤਨ ਨੇ। ਇਹ ਯਤਨ ਸਫਲ ਹੋਣਗੇ ਅਜੇ ਤਾਂ ਨਹੀਂ ਲੱਗਦਾ ਜੀ। ਹਾਂ ਇੰਨਾ ਜ਼ਰੂਰ ਹੈ ਕਿ ਬਾਹਰਲੇ ਜਿਹੜੇ ਮੁਲਕਾਂ ਦੇ ਆਗੂ ਨੇ ਉਹਨਾਂ ਨੂੰ ਸੱਦ ਕੇ ਅਖਬਾਰਾਂ ਦੇ ਵਿੱਚ ਚਰਚਾ ਜਾਂ ਟੀਵੀ ਦੇ ਉੱਤੇ ਚਰਚਾ ਤਾਂ ਹੋ ਸਕਦਾ, ਪਰ ਲੋਕਾਂ ਦੇ ਵਿੱਚ ਇਹਦਾ ਚਰਚਾ ਹੋ ਜਾਊਗਾ ਲੱਗਦਾ ਨਹੀਂ ਜੀ। ਜੀ ਤੇ ਇੱਕ ਗੱਲ ਜੀ ਕਰੀਏ ਮੋਦੀ ਦੀ, ਕਿ ਮੋਦੀ ਅੱਜ ਕੱਲ੍ਹ ਬਾਹਰਲੇ ਦੇਸ਼ਾਂ ਦੇ ਵਿੱਚ ਕਾਫੀ ਦੌਰੇ ਤੇ ਆ ਤੇ ਉੱਥੇ ਵੀ ਉਹਨੇ ਕਾਲੇ ਧਨ ਦੀ ਬੜੀ ਗੱਲਬਾਤ ਕੀਤੀ ਹੈ, ਤੇ ਕੀ ਕਾਲੇ ਧਨ ਬਾਰੇ ਉਹ ਕੁਛ ਕਰ ਸਕਣਗੇ। ਤੇ ਦੂਸਰੀ ਗੱਲ ਇਹਦੇ ਨਾਲ ਹੀ ਲੱਗਦੀ ਆ ਕਿ ਜਦੋਂ ਵੀ ਜਿੱਥੇ ਵੀ ਕਿਤੇ ਜਾਂਦੇ ਨਾਅਰੇ ਬੜੇ ਮਰਵਾਉਂਦੇ ਆ ਮੋਦੀ ਆਪਣੇ। ਇਹ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਜੀ ਨਰਿੰਦਰ ਮੋਦੀ ਨੂੰ ਕਿ ਉਹ ਸ਼ਾਇਦ ਵਿਸ਼ਵ ਦੇ ਕਿਸੇ ਮੁਲਕ ਦੇ ਪਹਿਲੇ ਪ੍ਰਧਾਨ ਮੰਤਰੀ ਨੇ ਜਿਹੜੇ ਆਪਣੇ ਮੁਲਕ ਤੋਂ ਬਾਹਰ ਨਿਕਲ ਕੇ ਦੂਜੇ ਮੁਲਕਾਂ ਦੇ ਵਿੱਚ ਗਏ ਨੇ। ਜਾਂ ਦੂਜੀ ਗੱਲ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਨੂੰ ਆਸਟ੍ਰੇਲੀਆ ਨੇ ਸੱਦਿਆ, ਉਹ ਪਹਿਲੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਨੂੰ ਅਮਰੀਕਾ ਨੇ ਪਹਿਲੀ ਵਾਰੀ ਸੱਦਿਆ ਸੀਗਾ। ਅੱਜ ਤੱਕ ਅਮਰੀਕਾ ਨੇ ਕਿਸੇ ਪ੍ਰਧਾਨ ਮੰਤਰੀ ਨੂੰ ਭਾਰਤ ਦੇ ਨੂੰ ਆਉਣ ਹੀ ਨਹੀਂ ਦਿੱਤਾ। ਇਸ ਤਰੀਕੇ ਦੇ ਨਾਲ ਜਿਹੜਾ ਜੀ ਪ੍ਰੋਜੈਕਟ ਕੀਤਾ ਗਿਆ ਪਿਛਲੇ ਦਿਨਾਂ ਦੇ ਵਿੱਚ, ਇਹਦੇ ਵਾਸਤੇ ਇੱਕ ਸਪੈਸ਼ਲ ਟੀਮ ਜਿਹੜੀ ਪਹਿਲਾਂ ਚਲੇ ਜਾਂਦੀ ਆ। ਜੇ ਤੁਸੀਂ ਕਿਤੇ ਵੀਡੀਓ ਫੁਟੇਜ ਦੇਖ ਲਓ ਜਾਂ ਪਿਕਚਰਸ ਦੇਖ ਲਓ, ਉਹਦੇ ਪਿੱਛੇ ਜਿਹੜੇ ਜਿਵੇਂ ਕੁਝ ਸਿੱਖ ਵੀ ਦਿਸਦੇ ਨੇ ਤੁਹਾਨੂੰ, ਦੂਜੇ ਕਮਿਊਨਿਟੀਜ਼ ਦਿਖਦੇ ਨੇ, ਉਹ ਪੱਗਾਂ ਦੇ ਰੰਗ ਬਦਲ ਕੇ ਕੱਪੜੇ ਬਦਲ ਕੇ ਖੜੇ ਨੇ। ਤੁਸੀਂ ਥੋੜਾ ਜਿਹਾ ਟੈਕਨੀਕਲੀ ਉਹਨੂੰ ਦੇਖਣਾ, ਉਹ ਉਹੀ ਬੰਦੇ ਨੇ, ਦੂਜੇ ਨਹੀਂ। ਸਾਰੇ ਜਾਣਦੇ ਨੇ ਅਮਰੀਕਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਕਿੰਨੇ ਕੁ ਲੋਕ ਬਿਜ਼ੀ ਹੁੰਦੇ ਨੇ। ਮੈਂ ਇੱਕ ਚੈਨਲ ਦੇ ਉੱਤੇ ਦੇਖ ਰਿਹਾ ਸੀਗਾ, ਉਹ ਕਹਿੰਦੇ ਜੀ ਆਹ ਦੇਖੋ ਇੱਥੇ ਤਾਂ ਜਿਹੜੇ ਭਾਰਤੀ ਲੋਕ ਨੇ ਉਹਨਾਂ ਨੇ ਮਿੰਨੀ ਇੰਡੀਆ ਬਣਾਇਆ, ਮਿੰਨੀ ਪੰਜਾਬ ਬਣਾਇਆ ਪਿਆ। ਉਹ ਕੋਈ ਕਿਸੇ ਜਿਹੜਾ ਫੰਕਸ਼ਨ ਸੀਗਾ ਜੀ ਕਿਸੇ ਕਲਚਰ ਸੁਸਾਇਟੀ ਦਾ ਹੋ ਰਿਹਾ ਸੀ, ਉਹਦੇ ਵਿੱਚ ਪੰਜਾਬੀ ਗਾਣਿਆਂ ਦੇ ਉੱਤੇ ਬੱਚੇ ਜਿਹੜੇ ਉਹ ਭੰਗੜਾ ਵਗੈਰਾ ਪੇਸ਼ ਕਰ ਰਹੇ ਸਨ, ਉਹ ਦਿਖਾ ਰਹੇ ਸਨ। ਹੁਣ ਉਹਦਾ ਨਰਿੰਦਰ ਮੋਦੀ ਦੀ ਫੇਰੀ ਦੇ ਨਾਲ ਕੀ ਲੈਣਾ ਦੇਣਾ, ਇਹ ਕਿਸੇ ਨੂੰ ਕੁਛ ਨਹੀਂ ਪਤਾ ਜੀ। ਉਹ ਤਾਂ ਇੱਕ ਵੱਖਰਾ ਫੰਕਸ਼ਨ ਸੀਗਾ, ਨਾ ਨਰਿੰਦਰ ਮੋਦੀ ਨੇ ਉਹਦੇ ਵਿੱਚ ਜਾਣਾ ਸੀਗਾ, ਨਾ ਕਿਸੇ ਹੋਰ ਨੇ, ਨਾ ਉਹ ਨਰਿੰਦਰ ਮੋਦੀ ਦੇ ਆਉਣ ਦੀ ਖੁਸ਼ੀ ਦੇ ਵਿੱਚ ਹੋ ਰਿਹਾ ਸੀ। ਮੀਡੀਆ ਨੇ ਜਿਹੜਾ ਨਾ ਜੀ ਉਹ ਫਿੱਟ ਕਰਤਾ ਉਹਨੂੰ। ਹੁਣ ਜਿਹੜਾ ਮੀਡੀਆ ਜੋ ਕੁਛ ਦਿਖਾ ਰਿਹਾ, ਜਿਹੜੇ ਤਰੀਕੇ ਦੇ ਨਾਲ ਇੱਥੇ ਟੈਲੀਵਿਜ਼ਨ ਦੇ ਉੱਤੇ ਦਿਖਾ ਰਿਹਾ, ਜਿਹੜੇ ਖਬਰੀ ਚੈਨਲ ਨੇ ਖਾਸ ਤੌਰ ਦੇ ਉੱਤੇ, ਉਹ ਜਿਵੇਂ ਦਿਖਾ ਰਹੇ ਨੇ ਕਿ ਪਤਾ ਨਹੀਂ ਉੱਥੇ ਕਿੱਡੀ ਕੁ ਵੱਡੀ ਜਿਹੜੀ ਹੈ ਜੀ ਉਹ ਮੂਵਮੈਂਟ ਖੜੀ ਕਰਤੀ ਹੈ ਨਰਿੰਦਰ ਮੋਦੀ ਹੋਰਾਂ ਨੇ ਜਾ ਕੇ ਪਹੁੰਚ ਕੇ ਆਸਟ੍ਰੇਲੀਆ ਦੇ ਵਿੱਚ, ਕਿ ਉੱਥੇ ਲੋਕਾਂ ਨੂੰ ਕੰਮ ਹੀ ਕੁਛ ਨਹੀਂ ਰਿਹਾ ਹੋਰ ਨਰਿੰਦਰ ਮੋਦੀ ਹੋਰਾਂ ਨੂੰ ਵੇਖਣ ਤੋਂ ਬਿਨਾਂ ਤੇ ਨਰਿੰਦਰ ਮੋਦੀ ਹੋਰਾਂ ਦੇ ਹੱਕ ਦੇ ਵਿੱਚ ਨਾਅਰੇ ਲਾਉਣ ਤੋਂ ਬਿਨਾਂ। ਔਰ ਜਿਵੇਂ ਅਮਰੀਕਾ ਦੇ ਵਿੱਚ ਪਹਿਲਾਂ ਦਿਖਾਇਆ ਗਿਆ ਸੀਗਾ ਜੀ, ਉਸੇ ਤਰੀਕੇ ਦੇ ਨਾਲ ਇਹ ਸਾਰਾ ਕੁਛ ਮੋਦੀ ਮੋਦੀ ਮੋਦੀ। ਪਰ ਪੈਸਾ ਬੋਲਦਾ ਨਾ ਜੀ, ਉਹ ਕਹਿੰਦੇ ਤੂੰ ਨਹੀਂ ਬੋਲਦੀ ਰਕਾਨੇ, ਤੂੰ ਨਹੀਂ ਬੋਲਦੀ। ਇਹ ਤਾਂ ਹੁਣ ਪੈਸਾ ਬੋਲ ਰਿਹਾ ਜੀ ਚੈਨਲਾਂ ਦੇ ਰੂਪ ਦੇ ਵਿੱਚ। ਜਿਹੜਾ ਕਾਰਪੋਰੇਟ ਅਦਾਰਿਆਂ ਨੇ ਇੰਨਾ ਚੜਾ ਦਿੱਤਾ ਕਿ ਉਹ ਪਰਤ ਏਡੀ ਮੋਟੀ ਬੰਨਤੀ ਆ ਜੀ, ਉਹ ਤੋਂ ਬਿਨਾਂ ਹੁਣ ਉਹਨਾਂ ਨੂੰ ਕੁਛ ਵੀ ਦਿਸਣ ਦੇ ਵਾਸਤੇ ਜਿਹੜਾ ਉਹ ਤਿਆਰ ਹੀ ਨਹੀਂ ਹੈ ਜੀ। ਉੱਥੇ ਰਹਿੰਦੇ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਜਿਹੜੇ ਭਾਰਤੀ ਮੂਲ ਦੇ ਲੋਕ ਨੇ, ਉਹਨਾਂ ਦੀਆਂ ਕਿੰਨੀਆਂ ਸਮੱਸਿਆਵਾਂ ਨੇ ਜਿਹੜੀਆਂ ਸਿੱਧੀਆਂ ਭਾਰਤੀ ਕੌਂਸਲੇਟ ਖਾਨਿਆਂ ਦੇ ਨਾਲ ਜੁੜੀਆਂ ਹੋਈਆਂ ਨੇ। ਕਿਸੇ ਮੀਡੀਆ ਵਾਲੇ ਨੇ ਉਹਦਾ ਜ਼ਿਕਰ ਤੱਕ ਨਹੀਂ ਕੀਤਾ। ਆਸਟ੍ਰੇਲੀਆ, ਕੈਨੇਡਾ, ਅਮਰੀਕਾ ਤੋਂ ਬਾਅਦ ਅਗਲਾ ਟਾਰਗੇਟ ਡਰੱਗ ਦਾ ਬਣ ਰਿਹਾ ਜੀ। ਉੱਥੇ ਡਰੱਗ ਜਿਹੜੀ ਉਹ ਜਾਣੀ ਸ਼ੁਰੂ ਹੋ ਗਈ ਹੈ। ਸੋ ਇਹਦਾ ਜ਼ਿਕਰ ਕਿਸੇ ਚੈਨਲ ਦੇ ਉੱਤੇ ਨਹੀਂ ਕੀਤਾ ਗਿਆ ਜੀ ਕਿ ਕੌਣ ਨੇ, ਕਿਵੇਂ ਇਹ ਭਾਰਤ ਤੋਂ ਜਿਹੜੀ ਹੈ ਜੀ ਉਸ ਪਾਸੇ ਵੱਲ ਨੂੰ ਜਾ ਰਹੀ ਹੈ। ਦੂਜੀ ਗੱਲ ਜਿਹੜੀ ਤੁਸੀਂ ਪੁੱਛੀ ਆ ਕਾਲੇ ਧਨ ਵਾਲੀ, ਕਿ ਉਹ ਕੀ ਕਰਾ ਸਕਣਗੇ ਬਾਹਰ, ਉਹਨਾਂ ਨੇ ਕੀ ਕਰਾਉਣਾ, ਇੱਥੇ ਕੀ ਹੋ ਗਿਆ ਜੀ? ਇੱਥੇ ਕੁਛ ਹੋਇਆ ਜੀ? ਕੁਛ ਵੀ ਨਹੀਂ ਹੋਇਆ ਇੱਥੇ। ਇਹ ਤਾਂ ਦੇਖੋ ਗੰਗਾ ਗਈਆਂ ਹੱਡੀ ਵਾਪਸ ਨਹੀਂ ਆਉਂਦੀਆਂ। ਇਹ ਐਵੇਂ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਕਾਲੇ ਧਨ ਵਾਲੇ ਮਾਮਲੇ ਦੇ ਉੱਤੇ। ਹਾਂ ਇੱਕ ਹੋ ਸਕਦਾ ਅੱਗੋਂ ਕਾਨੂੰਨ ਇੰਨੇ ਸਖਤ ਕਰ ਦਿੱਤੇ ਜਾਣ ਕਿ ਗਾਹ ਜਿਹੜਾ ਪੈਸਾ ਹੈ ਉਹ ਜਾਵੇ ਨਾ। ਜੇ ਜਿਹੜਾ ਪਹਿਲਾਂ ਚਲੇ ਗਿਆ ਜੀ ਉਹ ਨਹੀਂ ਵਾਪਸ ਆਉਣਾ, ਕਿਸੇ ਵੀ ਹਾਲਤ ਦੇ ਵਿੱਚ ਉਹ ਵਾਪਸ ਨਹੀਂ ਆਉਣਾ ਜੀ। ਹਾਂਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਗੰਗਾ ਗਏ ਹੱਡ ਨਹੀਂ ਵਾਪਸ ਆਉਂਦੇ। ਤੇ ਅੱਗੇ ਜੀ ਵਿਆਹ ਕਾਨੂੰਨ ਦੇ ਵਿੱਚ ਆਸ ਹੈਗੀ ਆ ਕਿ ਕੁਛ ਨਾ ਕੁਛ ਸੋਧਾਂ ਹੋਣਗੀਆਂ ਜੀ। ਐਕਚੁਅਲੀ ਇਹ ਸੋਧਾਂ ਜਿਹੜੀਆਂ ਜੀ ਡਿਊ ਨੇ ਕਾਫੀ ਦੇਰ ਦੀਆਂ। ਪਿਛਲੀ ਜਿਹੜੀ ਯੂਪੀਏ ਦੀ ਸਰਕਾਰ ਸੀਗੀ ਉਹ ਨਹੀਂ ਸੀ ਜੀ ਇਸ ਮਾਮਲੇ ਦੇ ਉੱਤੇ ਕੁਛ ਵੀ ਜਿਹੜਾ ਵੱਡਾ ਕਰ ਸਕੀ। ਉਹ ਕਾਨੂੰਨ ਜਿਹੜਾ ਖਾਸ ਤੌਰ ਦੇ ਉੱਤੇ ਪਾਸ
ਨਹੀਂ ਸੀ ਕਰ ਸਕੀ। ਪਰ ਹੁਣ ਸੰਸਦ ਦੇ ਵਿੱਚ ਇੱਕ ਤਾਂ ਬਿੱਲ ਲਿਆਉਣ ਦਾ ਜਿਹੜਾ ਜੀ ਉਪਰਾਲਾ ਕੀਤਾ ਜਾ ਰਿਹਾ, ਜਿਹਦੇ ਨਾਲ ਵਿਆਹਾਂ ਦੇ ਵਿੱਚ ਕਾਨੂੰਨ ਜਿਹੜੇ ਨੇ ਉਹ ਔਰਤ ਪੱਖੀ ਹੋ ਸਕਣਗੇ ਤੇ ਦੋਵੇਂ ਧਿਰਾਂ ਜਿਹੜੀਆਂ ਵਿਆਹ ਨੂੰ ਕਿਸੇ ਵੀ ਸੂਰਤ ਦੇ ਵਿੱਚ ਬਚਾਏ ਨਾ ਜਾ ਸਕਣ ਦੇ ਆਧਾਰ ਤੇ ਅਰਜ਼ੀ ਦੇ ਸਕਣਗੀਆਂ ਜੀ। ਜਿਹੜਾ ਕਾਨੂੰਨ ਮੰਤਰਾਲਾ ਆ, ਵਿਆਹ ਕਾਨੂੰਨਾਂ ਦੇ ਵਿੱਚ ਸੋਧ ਦੇ ਬਾਰੇ ਖਰੜਾ ਉਹਨੇ ਵੱਖ-ਵੱਖ ਮੰਤਰਾਲਿਆਂ ਨੂੰ ਸਲਾਹ ਮਸ਼ਵਰੇ ਦੇ ਵਾਸਤੇ ਭੇਜਿਆ ਹੋਇਆ। ਇੱਕ ਵਾਰੀ ਇਹਦੇ ਤੇ ਜੇ ਸਾਰੇ ਪਾਸੇ ਤੋਂ ਹਾਂ ਹੋ ਜਾਂਦੀ ਹੈ ਤਾਂ ਨਵੇਂ ਲਾਏ ਗਏ ਕਾਨੂੰਨ ਮੰਤਰੀ DV ਸਦਾਨੰਦ ਗੌੜਾ ਜਿਹੜੇ ਨੇ ਜੀ ਉਹ ਤਜਵੀਜ਼ ਅੰਤਮ ਨਿਰਣੇ ਦੇ ਵਾਸਤੇ ਕੇਂਦਰੀ ਕੈਬਨਿਟ ਦੇ ਕੋਲੇ ਜਿਹੜੇ ਉਹ ਲੈ ਕੇ ਜਾਣਗੇ। ਖਰੜੇ ਦੇ ਮੁਤਾਬਕ ਜਿਹੜੇ ਵਿਆਹ ਕਾਨੂੰਨ ਨੇ ਉਹਨਾਂ ਨੂੰ ਹੋਰ ਔਰਤ ਪੱਖੀ ਬਣਾਉਣ ਦੇ ਯਤਨ ਜਿਹੜੇ ਨੇ ਕੀਤੇ ਜਾਣਗੇ। ਇਹਦੇ ਵਿੱਚ ਤਲਾਕ ਦੀ ਸੂਰਤ ਦੇ ਵਿੱਚ ਪਤੀ ਦੀ ਅਚਲ ਸੰਪੱਤੀ ਜਿਹੜੀ ਹੈ ਜੀ, ਅਚਲ ਜਿਹੜੀ ਮਤਲਬ ਕਿ ਮੂਵ ਨਹੀਂ ਹੁੰਦੀ, ਉਹਦੇ ਵਿੱਚੋਂ ਪਤਨੀ ਤੇ ਬੱਚਿਆਂ ਲਈ ਯੋਗ ਮੁਆਵਜ਼ਾ ਜਿਹੜਾ ਜੀ ਉਹਦੀ ਖਾਸ ਤੌਰ ਤੇ ਪ੍ਰੋਵੀਜ਼ਨ ਜਿਹੜੀ ਹੈ ਉਹ ਹੋਊਗੀ। ਤਲਾਕ ਦੇ ਕੇਸਾਂ ਦਾ ਲੰਮਾ ਸਮਾਂ ਲਟਕਣ ਤੋਂ ਰੋਕਣ ਲਈ ਕਾਨੂੰਨ ਮੰਤਰਾਲਾ ਜਿਹੜਾ ਜੀ ਉਹ ਇਹਦੇ ਵਿੱਚ ਤਜਵੀਜ਼ਾਂ ਜਿਹੜੀਆਂ ਉਹ ਲਿਆ ਰਿਹਾ ਹੈ। ਕਾਨੂੰਨੀ ਤੌਰ ਦੇ ਉੱਤੇ ਵਿਆਹ ਦੇ ਖਤਮ ਹੋਣ ਦੀ ਸੂਰਤ ਦੇ ਵਿੱਚ ਜਿਹੜੀ ਵਾਈਫ ਹੈ ਤੇ ਉਹਨਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਜੱਦੀ ਮਿਲੀ ਤੇ ਮਿਲਣ ਵਾਲੀ ਜਾਇਦਾਦ ਤੋਂ ਜਿਹੜਾ ਹੱਕ ਉਹਨੂੰ ਯਕੀਨੀ ਜਿਹੜਾ ਉਹ ਦਵਾਇਆ ਜਾਊਗਾ। 20 ਦੇ ਵਿੱਚ ਵੀ ਪਿਛਲੀ ਸਰਕਾਰ ਨੇ ਰਾਜ ਸਭਾ ਦੇ ਵਿੱਚ ਬਿੱਲ ਪੇਸ਼ ਕਰਨ ਤੋਂ ਬਾਅਦ ਇਹਦੇ ਉੱਤੇ ਸਹਿਮਤੀ ਬਣਾਉਣ ਦੇ ਵਾਸਤੇ ਉਹ ਲੜਦੀ ਰਹੀ ਜੀ, ਜਦੋਂ ਕਿ 13 ਦੇ ਵਿੱਚ ਜਾ ਕੇ ਇਹ ਉੱਪਰਲੇ ਸਦਨ ਦੇ ਵਿੱਚ ਤਾਂ ਪਾਸ ਹੋ ਗਿਆ ਪਰ ਹੇਠਲੇ ਸਦਨ ਦੇ ਵਿੱਚੋਂ ਇਹਨੂੰ ਪਾਸ ਨਹੀਂ ਕੀਤਾ ਗਿਆ ਜੀ। ਹੁਣ ਉਮੀਦ ਫਿਰ ਇੱਕ ਵਾਰੀ ਹੈ ਜੀ ਕਿ ਇਹ ਬਿੱਲ ਜਿਹੜਾ ਉਹ ਲਿਆਂਦਾ ਜਾਊਗਾ ਜੀ। ਪਾਸ ਹੁੰਦਾ ਜਾਂ ਨਹੀਂ ਹੁੰਦਾ ਇਹਦੇ ਵਾਸਤੇ ਜੀ ਵੇਖਣਾ ਪਊਗਾ ਜੀ। ਅਤੇ ਇੱਕ ਜੀ ਬੜਾ ਰੌਲਾ ਗੋਲਾ ਪਿਆ ਸੀ ਸਵੱਛ ਭਾਰਤ ਲਈ, ਕੀ ਭਾਰਤ ਹੁਣ ਕਲੀਨ ਹੋ ਗਿਆ? ਜਿਹੜੇ ਬਾਹਰ ਲੋਕ ਆ ਆਪਣੇ ਬੱਚਿਆਂ ਨੂੰ ਲੈ ਕੇ ਆ ਸਕਦੇ ਆ ਕਿ ਬਹੁਤ ਜ਼ਿਆਦਾ ਕਲੀਨ ਹੋ ਗਿਆ ਹੋਣਾ? ਨਹੀਂ, ਇਹਦੀ ਛੇਤੀ ਤਾਂ ਕੀ ਹੋ ਸਕਣਾ ਜੀ, ਜਦੋਂ ਚਾਰ ਸਵੇਰੇ ਜਿਹੜਾ ਉਹ ਗੰਦ ਪਿਆ ਹੋਇਆ ਲੀਡਰ ਜਿਹੜੇ ਨੇ ਉਹ ਜਾਂ ਤਾਂ ਜਿਹੜੀਆਂ ਸਾਫ਼ ਸੜਕਾਂ ਨੇ ਉਹਦੇ ਉੱਤੇ ਝਾੜੂ ਫੇਰੀ ਜਾਂਦੇ ਨੇ ਜਾਂ ਫਿਰ ਰੇਹੜੀ ਆਉਂਦੀ ਆ ਪਹਿਲਾਂ ਉਹ ਲਿਆ ਕੇ ਪੱਤੇ ਖਿਲਾਰ ਜਾਂਦੀ ਆ ਤੇ ਜਿਹੜੇ ਲੀਡਰ ਨੇ ਜੀ ਉਹ ਆ ਕੇ ਉਹਨਾਂ ਪੱਤਿਆਂ ਨੂੰ ਸਾਫ਼ ਕਰਦੇ ਨੇ, ਫੋਟੋਆਂ ਖਿਚਾਉਂਦੇ ਨੇ ਆਪੋ ਆਪਣੇ ਘਰੋਂ ਘਰੀ ਜੀ। ਅਗਲੇ ਦਿਨ ਅਖਬਾਰਾਂ ਦੇ ਵਿੱਚ ਫੋਟੋਆਂ ਵੇਖ ਕੇ ਖੁਸ਼ ਹੁੰਦੇ ਨੇ ਵੀ ਵਾਹ ਆਹ ਦੇਖੋ ਜੀ ਅਸੀਂ ਜਿਹੜਾ ਸਵੱਛ ਭਾਰਤ ਦੇ ਵਿੱਚ ਹਿੱਸਾ ਲੈ ਲਿਆ। ਇਹ ਤਾਂ ਜਿੰਨੀ ਦੇਰ ਤੱਕ ਇੰਡੀਵਿਜੂਅਲ ਕਿਸੇ ਨੇ ਆਪਣੀ ਰਿਸਪੋਂਸਿਬਿਲਿਟੀ ਹਰ ਬੰਦਿਆਂ ਨੇ ਨਾ ਸਮਝੀ ਕਿ ਅਸੀਂ ਗੰਦ ਨਹੀਂ ਪਾਉਣਾ ਨਾ ਪਾਉਣ ਦੇਣਾ, ਤਾਂ ਮੇਰਾ ਖਿਆਲ ਉਨੀ ਦੇਰ ਤੱਕ ਕੁਝ ਨਹੀਂ ਹੋ ਸਕਦਾ ਜੀ। ਹਾਂਜੀ, ਤਾਂ ਇੱਕ ਆਪਾਂ ਜੀ ਗੱਲ ਕਰ ਲੈਂਦੇ ਆ ਥੋੜੀ ਜਿਹੀ ਡੇਰਿਆਂ ਦੀ ਕਿ ਆਪਾਂ ਡੇਰੇ ਵਾਲੇ ਕਿੰਨੇ ਹੁੰਦੇ ਆ। ਇਹ ਡੇਰਾਵਾਦ ਨੂੰ ਉਭਾਰਨ ਵਾਲੇ ਆਪਾਂ ਨੂੰ ਪਤਾ ਕਿ ਪੋਲੀਟੀਸ਼ੀਅਨ ਹੀ ਆ ਤੇ ਜਿਵੇਂ ਸਾਂਪਲਾ ਆ ਉਸਨੇ ਵੀ ਜਿਹੜੇ ਡੇਰਿਆਂ ਦੇ ਵਿੱਚ ਜਾ ਕੇ ਹਾਜ਼ਰੀ ਭਰਨੀ ਸ਼ੁਰੂ ਕਰ ਦਿੱਤੀ ਹੈ। ਜੀ ਬਿਲਕੁਲ, ਐਕਚੁਅਲੀ ਦੇਖੋ ਜਿਹੜੇ ਕੰਮ ਦੇ ਵਾਸਤੇ ਸਾਂਪਲਾ ਹੋਣਾ ਨੂੰ ਮੰਤਰੀ ਬਣਾਇਆ ਗਿਆ ਉਹ ਤਾਂ ਉਹਨਾਂ ਨੇ ਪੂਰਾ ਕਰਨਾ ਨਾ ਜੀ। ਆਪਾਂ ਪਹਿਲੇ ਦਿਨ ਸਾਂਝਾ ਕੀਤਾ ਸੀਗਾ ਕਿ ਜਿਹੜੀ ਪੰਜਾਬ ਹੈ ਜੀ ਜਿਹੜਾ ਇੱਥੇ ਸਭ ਤੋਂ ਵੱਧ ਜਿਹੜੀ ਹੈ ਜੀ ਉਹ ਦਲਿਤ ਭਾਈਚਾਰੇ ਦੀ ਵੋਟ ਹੈ ਤੇ ਦੁਆਬੇ ਦੇ ਵਿੱਚ ਖਾਸ ਤੌਰ ਦੇ ਉੱਤੇ ਦੁਆਬੇ 'ਚ 39% ਜਿਹੜੀਆਂ ਦਲਿਤ ਭਾਈਚਾਰੇ ਦੀਆਂ ਵੋਟਾਂ ਨੇ ਉਹ ਜਿਹੜੇ ਇਸ ਭਾਈਚਾਰੇ ਦੇ ਜਿਹੜੇ ਡੇਰੇ ਨੇ ਜੀ ਉੱਥੇ ਉਹ ਗਏ ਨੇ। ਉੱਥੇ ਜਾਣ ਦਾ ਮਕਸਦ ਤੁਹਾਨੂੰ ਪਤਾ ਹੀ ਹੈ, BJP ਦੀ ਜਿਹੜੀ ਅੱਖ ਆ ਉਹ ਇਹਨਾਂ ਵੋਟਾਂ ਦੇ ਉੱਤੇ ਆ। ਇਹ ਜਿੰਨੇ ਵੀ ਲੀਡਰ ਨੇ ਜੀ ਉਹ ਜਿੱਥੇ ਜਾਣਗੇ ਉਹ ਸਭ ਤੋਂ ਪਹਿਲਾਂ ਇਹ ਦੇਖਦੇ ਨੇ ਕਿ ਵੋਟਾਂ ਇੱਥੇ ਕਿੰਨੀਆਂ ਨੇ, ਫਿਰ ਉਸ ਹਿਸਾਬ ਦੇ ਨਾਲ ਅੱਗੋਂ ਤੁਰਦੇ ਨੇ। ਜਦੋਂ ਉਹਨਾਂ ਨੂੰ ਮਿਨਿਸਟਰੀ ਇਸੇ ਕਰਕੇ ਦਿੱਤੀ ਗਈ ਆ ਕਿ ਆਹ ਜਿਹੜਾ ਤਬਕਾ ਦੀ ਉਹਨੂੰ ਆਪਣੇ ਨਾਲ ਜਿਹੜਾ ਜੋੜਨਾ ਵੋਟਾਂ ਦੀ ਰਾਜਨੀਤੀ ਦੇ ਵਿੱਚ, ਪਰ ਦਲਿਤ ਸਮਾਜ ਦਲਿਤ ਭਾਈਚਾਰਾ ਜਿਹੜਾ ਜੀ ਉਹਦੇ ਮੈਂ ਕਹੂੰਗਾ ਕਿ ਉਹ ਵਿਚਾਰਾ ਹਰੇਕ ਵਾਰੀ ਜਿਹੜਾ ਨਾ ਜੀ ਉਹ ਠੱਗਿਆ ਜਾਂਦਾ, ਹਰੇਕ ਵਾਰੀ ਉਹਨੂੰ ਜਿਹੜਾ ਜੀ ਵਰਤ ਲਿਆ ਜਾਂਦਾ ਵੋਟਾਂ ਦੇ ਵਾਸਤੇ। ਜਿੰਨਾ ਮਾਇਆਵਤੀ ਨੇ ਵਰਤਿਆ ਜੀ ਉਹ ਕਿਸੇ ਤੋਂ ਲੁਕਿਆ ਛਿਪਿਆ ਤਾਂ ਨਹੀਂਗਾ ਜੀ, ਉਹਨੇ ਵਰਤ ਕੇ ਹੀ ਇਹਨੂੰ ਤੁਸੀਂ ਇਹ ਕਹਿ ਲਓ ਕਿ ਇੱਥੋਂ ਤੱਕ ਲੈਣ ਦਾ ਉਹ ਆਪ ਇੰਨੀ ਅਮੀਰ ਹੋ ਗਈ ਕਿ ਇਸ ਭਾਈਚਾਰੇ ਦੀਆਂ ਸਮੱਸਿਆਵਾਂ ਹੀ ਭੁੱਲ ਗਈ। ਇਹ ਹੁਣ ਨਵਾਂ ਜਿਹੜੇ ਨਿਕਲੇ ਨੇ ਜੀ ਇਹ ਜਿਹੜੀ ਪਹਿਲਾਂ ਵਰਣ ਵੰਡ ਹੁੰਦਾ ਸੀਗਾ ਜੀ, ਹੁਣ ਇਹ ਧਰਮ ਵੰਡ ਸ਼ੁਰੂ ਹੋ ਗਿਆ ਜੀ। ਤੋ ਵਰਣ ਵੰਡ ਨੇ ਜਿੰਨਾ ਨੁਕਸਾਨ ਕੀਤਾ ਕਿਸੇ ਤੋਂ ਉਹਨਾਂ ਤਾਂ ਨਹੀਂ, ਉਹਦਾ ਧਰਮ ਵੰਡ ਵੀ ਓਨਾ ਹੀ ਨੁਕਸਾਨ ਜਿਹੜਾ ਉਹ ਕਰੂਗੀ। ਇਹ ਪੱਤਾ ਪਹਿਲਾਂ ਹਰਿਆਣੇ ਦੇ ਵਿੱਚ ਖੇਡਿਆ ਗਿਆ ਸੀਗਾ ਕਿ ਕਿਹੜੀਆਂ ਕਿੰਨੀਆਂ ਵੋਟਾਂ ਨੇ, ਉਸ ਹਿਸਾਬ ਦੇ ਨਾਲ ਇਹ ਪੱਤਾ ਹੁਣ ਪੰਜਾਬ ਦੇ ਵਿੱਚ ਖੇਡਿਆ ਜਾ ਰਿਹਾ ਜੀ। ਇੱਥੇ ਜਿਹੜਾ ਸਿੱਖ ਵੋਟ ਹੈ, ਸਿੱਖ ਵੋਟ ਬੈਂਕ, ਦਲਿਤ ਵੋਟ ਬੈਂਕ, ਹਿੰਦੂ ਵੋਟ ਬੈਂਕ, ਇਹਨਾਂ ਨੂੰ 3 ਤਰੀਕੇ ਦੇ ਨਾਲ ਜਿਹੜਾ ਜੀ ਵੰਡ ਕੇ ਉਸ ਤਰੀਕੇ ਨਾਲ ਚੱਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿੱਖ ਵੋਟ ਬੈਂਕ ਦੀ ਟੇਕ ਜਿਹੜੀ ਉਹਨਾਂ ਦੀ ਜੱਟ ਵੋਟ ਬੈਂਕ ਦੇ ਉੱਤੇ ਆ ਔਰ ਇਸੇ ਤਰੀਕੇ ਦੇ ਨਾਲ ਸਾਂਪਲਾ ਉਹਨਾਂ ਨੂੰ ਲਿਆ ਗਿਆ ਜੀ ਦਲਿਤ ਭਾਈਚਾਰਾ ਜਿਹੜਾ ਜੀ ਉਹਨੂੰ ਨਾਲ ਜੋੜਨ ਦੇ ਵਾਸਤੇ। ਸੋ ਲੈਟਸ ਸੀ ਜੀ ਇਸ ਜਿਹੜੀ ਵਰਣ ਵੰਡ ਆ ਉਹਨੇ ਕਿੰਨਾ ਨੁਕਸਾਨ ਕੀਤਾ ਦੱਸਣ ਦੀ ਲੋੜ ਨਹੀਂ, ਹੁਣ ਧਰਮ ਵੰਡ ਦੇਖਦੇ ਆ ਕਿਸ ਪਾਸੇ ਨੂੰ ਲਿਜਾਂਦਾ ਜੀ। ਵੈਸੇ ਇਹ ਜਿਹੀਆਂ ਗੱਲਾਂ ਹੋਣੀਆਂ ਤਾਂ ਨਹੀਂ ਚਾਹੀਦੀਆਂ, ਪਰ
ਭਾਰਤ ਹੈ ਜੀ, ਇੱਥੇ ਸਭ ਕੁਛ ਹੁੰਦਾ। ਅਤੇ ਅੱਗੇ ਮੇਰਾ ਆਖਰੀ ਕੁਐਸਚਨ ਹੋਊਗਾ, ਜਿਵੇਂ ਲਖਵਿੰਦਰ ਸਿੰਘ ਲੱਖਾ ਪੈਰੋਲ 'ਤੇ ਆਏ ਆ, ਪਰ ਜਿਹੜੀ ਪੁਲਿਸ ਆ ਉਹਨਾਂ ਤੇ 24 ਘੰਟੇ ਅੱਖ ਰੱਖ ਰਹੀ ਆ ਜੀ। ਬੇਅੰਤ ਸਿੰਘ ਹੱਤਿਆ ਕਾਂਡ ਦੇ ਨਾਲ ਸੰਬੰਧਿਤ ਨੇ ਜੀ ਇਹ, ਜਿਨ੍ਹਾਂ ਦੀ ਆਪਾਂ ਗੱਲ ਕਰਕੇ ਹਟਿਆ ਹੁਣੇ ਕਿ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋਈਆਂ ਨੇ, ਉਹਨਾਂ ਦੇ ਵਿੱਚੋਂ ਇੱਕ ਇਹ ਨੇ। ਤੋ ਇਹਨਾਂ ਦਿਨਾਂ ਦੇ ਉੱਤੇ ਉਹਨਾਂ ਨੂੰ ਪੈਰੋਲ ਦੇ ਉੱਤੇ ਜਿਹੜੇ ਆਏ ਨੇ, ਪੈਰੋਲ ਦੇ ਉੱਤੇ ਆਏ ਹੋਏ ਜਿਹੜੇ ਲਖਵਿੰਦਰ ਸਿੰਘ ਲੱਖਾ ਨੇ, ਉਹਨਾਂ ਦੇ ਉੱਤੇ ਪੁਲਿਸ ਜਿਹੜੀ ਹੈ ਜੀ ਉਹ ਤਕਰੀਬਨ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਉੱਤੇ ਨਿਗਾਹ ਜਿਹੜੀ ਆ ਉਹ ਰੱਖ ਰਹੀ ਹੈ। ਨਾਲ ਉਹ ਜਿਹੜਾ ਜੀ ਉਹ ਰਹਿੰਦੀ ਹੈ 24 ਘੰਟੇ ਪੁਲਿਸ ਦੇ ਪਹਿਰੇ ਦੇ ਹੇਠ ਉਹ ਉਹਨਾਂ ਨੂੰ ਰੱਖਿਆ ਜਾਂਦਾ। 12 ਸੁਰੱਖਿਆ ਗਾਰਡ ਉਹਨਾਂ ਨੂੰ ਦਿੱਤੇ ਹੋਏ ਨੇ। 8 ਮੁਲਾਜ਼ਮ ਤਾਂ ਹਰ ਵੇਲੇ ਉਹਨਾਂ ਦੇ ਰਹਿੰਦੇ ਨੇ, ਇੱਕ ਥਾਣੇਦਾਰ ਤੇ 3 ਹੋਰ ਮੁਲਾਜ਼ਮ ਜਿਹੜੇ ਉਹਨਾਂ ਦੇ ਘਰ ਤੋਂ ਬਾਹਰ ਜਾਣ ਸਮੇਂ ਉਹਦੇ ਨਾਲ ਜਿਹੜਾ ਜੀ ਉਹ ਰਹਿੰਦੇ ਨੇ। ਲਖਵਿੰਦਰ ਸਿੰਘ ਲੱਖਾ ਨੇ ਕਿਹਾ ਕਿ ਉਹ ਉਹਨਾਂ ਦੀ ਆਪਣੀ ਤੇ ਜਿਹੜੇ ਬਾਕੀ ਸਾਥੀ ਨੇ ਉਹਨਾਂ ਦੀ ਰਿਹਾਈ ਦੇ ਵਾਸਤੇ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਦਾ ਇੱਛੁਕ ਹੈ, ਤਾਂ ਕਿ ਉਹਦੇ ਕੋਲ ਗੱਲ ਜਿਹੜੀ ਉਹ ਉਠਾਈ ਜਾ ਸਕੇ। ਲੱਖਾ ਹੋਰਾਂ ਨੂੰ ਸ਼ਾਇਦ ਨਾ ਪਤਾ ਹੋਵੇ ਕਿ ਬਾਦਲ ਸਾਹਿਬ ਨੂੰ ਕਿਹੜਾ ਇਹ ਪਤਾ ਨਹੀਂ ਗਾ ਕਿ ਆਹ ਜਿਹੜੀ ਚੀਜ਼ ਆ ਉਹ ਗਲਤ ਹੋ ਰਹੀ ਆ। ਇਸ ਕਰਕੇ ਹਾਂ ਠੀਕ ਹੈ, ਉਹਨਾਂ ਦੀ ਅਪਰੋਚ ਜਿਹੜੀ ਆ ਉਹ ਹੋ ਸਕਦੀ ਹੈ ਕਿ ਅਪਰੋਚ ਜਿਹੜੀ ਹਰ ਜਗ੍ਹਾ ਤੱਕ ਹੋਣੀ ਚਾਹੀਦੀ ਆ। ਉਹਨੇ ਇਹ ਵੀ ਇੱਛਾ ਪ੍ਰਗਟ ਕੀਤੀ ਹੈ ਜੀ ਕਿ ਉਹ ਲੋਕ ਸੇਵਾ ਦੇ ਵਿੱਚ ਜਿਹੜਾ ਜੀ ਉਹ ਆਉਣਾ ਚਾਹੁੰਦਾ, ਸਿਆਸਤ ਦੇ ਨਾਲ ਜੇ ਜੁੜ ਕੇ ਜਿਹੜਾ ਲੋਕਾਂ ਦੀ ਆਮ ਲੋਕਾਂ ਦੀ ਆਵਾਜ਼ ਜਿਹੜੀ ਉਹ ਬੁਲੰਦ ਕਰੂਗਾ। ਕਿਉਂਕਿ ਲਖਵਿੰਦਰ ਸਿੰਘ ਲੱਖਾ ਇੱਥੇ ਪਟਿਆਲੇ ਤੋਂ ਆ ਜੀ, ਪਟਿਆਲੇ ਦੇ ਵਿੱਚ ਹੀ ਉਹਦੀ ਜਿਹੜੀ ਭੈਣ ਰਹਿੰਦੀ ਆ ਜੀ, ਉਹਦੇ ਘਰ ਦੇ ਵਿੱਚ ਇਸ ਵੇਲੇ ਉਹ ਇੱਥੇ ਰਹਿ ਰਿਹਾ। ਔਰ ਜਿਹੜਾ ਥੋੜਾ ਔਖਾ ਵੀ ਹੋਊਗਾ ਜੀ ਇਸ ਪੱਖੋਂ ਉਹ ਕਿ 12 ਪੁਲਿਸ ਵਾਲੇ ਜਿਹੜੇ ਨੇ ਜੀ ਉਹ ਉਹਦੇ ਨਾਲ ਰਹਿੰਦੇ ਨੇ। ਠੀਕ ਹੈ, ਪੈਰੋਲ ਦੇ ਉੱਤੇ ਹੈ ਉਹ, ਪਰ ਇਹ ਜੇ ਇਹਨੂੰ ਦੂਜਾ ਇਹ ਕਿਹਾ ਜਾਵੇ ਕਿ ਹਾਊਸ ਅਰੈਸਟ ਹੈ ਉਹ ਗਲਤ ਲਫ਼ਜ਼ ਨਹੀਂ ਹੋਣਾ ਜੀ। ਤੇ ਅੱਜ ਨਵਾਂ ਕਿ ਮੁੱਖ ਮੰਤਰੀ ਕਹੇ ਹਰਿਆਣੀਆਂ ਦਾ ਬਿਨਾਂ ਲੱਗ ਲਪੇਟ ਸਭ ਗੱਲ ਬੇਲੀ। ਮੁੱਖ ਮੰਤਰੀ ਕਹੇ ਹਰਿਆਣੀਆਂ ਦਾ ਬਿਨਾਂ ਲੱਗ ਲਪੇਟ ਸਭ ਗੱਲ ਬੇਲੀ। ਚੰਡੀਗੜ੍ਹ ਤੋਂ ਛੱਡਣ ਨਹੀਂ ਹੱਕ ਲੱਗੇ, ਹੋਵੇ ਸਹਿਮਤੀ ਅੱਜ ਜਾਂ ਕੱਲ ਬੇਲੀ। ਲੈਣਾ ਪਾਣੀਆਂ ਵਾਲਾ ਵੀ ਹੱਕ ਪੂਰਾ, ਨਿਕਲੇ ਜਿੰਨਾ ਪੰਜਾਬ ਦੇ ਵੱਲ ਬੇਲੀ। ਅਸਾਂ ਹਿੱਤ ਹਰਿਆਣੇ ਦੇ ਵੇਖਣੇ ਦੀ ਸਕਦੇ, ਕੋਈ ਕਸਾਰਾ ਨਾ ਝੱਲ ਬੇਲੀ। ਇੱਧਰ ਕਹਿਣ ਪੰਜਾਬ ਦੇ ਭਾਜ ਪਾਈਏ, ਅਸੀਂ ਇੱਥੋਂ ਦੇ ਹਿੱਤ ਲਈ ਲੜਾਂਗੇ ਜੀ। ਇੱਧਰ ਕਹਿਣ ਪੰਜਾਬ ਦੇ ਭਾਜ ਪਾਈਏ, ਅਸੀਂ ਇੱਥੋਂ ਦੇ ਹਿੱਤ ਲਈ ਲੜਾਂਗੇ ਜੀ। ਇੰਨੀ ਬੜਕ ਵੀ ਜੇ ਨਹੀਂ ਅਸਾਂ ਮਾਰੀ, ਵਿੱਚ ਪਿੰਡ ਦੇ ਕਿਸ ਤਰ੍ਹਾਂ ਵੜਾਂਗੇ ਜੀ। ਜੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਅਸਰਤ ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜੇ, ਸਾਨੂੰ ਦੱਸੇ ਨੇ ਜੀ ਉੱਥੇ ਕੀ ਕੁਛ ਹੋ ਰਿਹਾ, ਜੋ ਸਵਾਲ ਸੀ ਉਹਨਾਂ ਦੇ ਜਵਾਬ ਦਿੱਤੇ। ਹੁਣ ਮੈਂ ਵੀ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।